वाहिगुरु जी की फतेह। संगत जी, आज आवाज थोड़ी बैठी हुई है, माफ कर देना। बसंत की वार महला पंजवा। एक ओंकार सतगुर प्रसाद। हर का नाम ते आई के हो हरिया पाई। करम लिखन ते पाइए ए है रुत सुहाई। वण त्रिंट पवन मोलिया अमृत फल पाई। मिल साधु सुख उपजै लथी सब छाई। नानक सिमरै एक नाम फिर पहाड़ न ताई। नानक सिमरै एक नाम फिर पहाड़ न ताई। पंजे पते महाबली कर सच्चा टोआ। अपने चरण च पायन विच दया खड़ोआ। रोग सोग सब मिट गए नित नवन रोआ। दिन रैन नाम ध्याएंदा फिर पाए न मोआ। जिस ते उपजया नानका सोई फिर होआ। जिस ते उपजया नानका सोई फिर होआ। किथों उपजे कह रहे कह मह समावे। जी जंत सब खसम के कौन कीमत पावे। कहन त्याइन सुनन नित से पग सुहावे। अगम अगोचर साहिबो दूसर लवे न लावे। सच पूरे गुर उपदेसिया नानक सुनावे। सच पूरे गुर उपदेसिया नानक सुनावे। सतनाम श्री वाहे गुरु। संगत जी, ਅੱਜ ਅਸੀਂ ਸ਼ਬਦ ਕਰਾਂਗੇ, ਇਹ ਸੱਜਣ ਮਿਲੇ ਨਾ ਵਿਛੜੈ ਜੇ ਆਪ ਮਿਲੇ ਕਰਤਾ। ਹੁਣ ਇੱਥੇ ਹੈ ਸੱਜਣ। ਸੰਗਤ ਜੀ, ਸੱਜਣ ਕੌਣ ਹੁੰਦਾ ਹੈ? ਸੱਜਣ ਸ਼ਬਦ ਬਣਿਆ ਹੈ ਸੱਚ ਜਣ। ਜੋ ਬੰਦਾ, ਜੋ ਮਨੁੱਖ ਸੱਚਾ ਹੈ, ਜਿਹਦੇ ਵਿੱਚ ਸੱਚ ਦੇ ਗੁਣ ਨੇ, ਉਹ ਹੈ ਸੱਜਣ। ਅਸੀਂ ਕਹਿੰਦੇ ਨਾ ਉਹ ਬੰਦਾ ਬੜਾ ਸੱਜਣ ਪੁਰਖ ਹੈਗਾ। ਮੀਨਸ ਉਹ ਨਾ ਕਿਸੇ ਨਾਲ ਧੋਖਾਧੜੀ ਕਰਦਾ। ਜੋ ਸੱਚ ਕੌਣ ਹੈ? ਸੱਚ ਹੈ ਪਰਮਾਤਮਾ। ਜਿਹਦੇ ਮਨੁੱਖ ਦੇ ਅੰਦਰ ਪਰਮਾਤਮਾ ਵਰਗੇ ਗੁਣ ਹੋਣ, ਜੋ ਸੱਚ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ, ਸੱਜਣ ਪੁਰਖ। ਔਰ ਸੱਜਣ ਪੁਰਖ ਕਦੋਂ ਬਣਦਾ ਹੈ? ਜਦੋਂ ਅਸੀਂ ਸਤਸੰਗ ਕਰਾਂਗੇ, ਜਦੋਂ ਅਸੀਂ ਸੱਚਿਆਂ ਨਾਲ ਬੈਠਾਂਗੇ, ਜਦੋਂ ਅਸੀਂ ਸੱਚ ਗੁਰੂ ਦੇ ਚਰਨਾਂ ਨਾਲ ਜੁੜਾਂਗੇ, ਜਦੋਂ ਅਸੀਂ ਸੱਚ ਦੇ ਉਪਦੇਸ਼ ਨੂੰ ਮੰਨਾਂਗੇ, ਫਿਰ ਮਨੁੱਖ ਸੱਜਣ ਬਣਦਾ ਹੈ। ਤੇ ਇੱਥੇ ਹੈ ਇਹ ਸੱਜਣ ਮਿਲੇ ਨਾ ਵਿਛੜੇ। ਇਹ ਵਾਹਿਗੁਰੂ, ਇਹ ਜੋ ਮੇਰੇ ਸੱਜਣ, ਜੋ ਮੈਨੂੰ ਸੱਜਣ ਮਿਲੇ ਨੇ, ਜੋ ਮੇਰੇ ਸਤ ਸੰਗੀ ਮਿਲੇ ਨੇ, ਇਹ ਹੁਣ ਪਰਮਾਤਮਾ ਮੇਰੇ ਤੇ ਇੰਨੀ ਮਿਹਰ ਕਰੋ ਕਿ ਇਹ ਹੁਣ ਮੇਰੇ ਤੋਂ ਵਿਛੜਨ ਨਾ। ਜੇ ਆਪ ਮਿਲੇ ਕਰਤਾਰ, ਜਿਨੇ ਪਰਮਾਤਮਾ ਨੇ ਜਿਨ੍ਹਾਂ ਨੂੰ ਸਾਡੇ ਨਾਲ ਮਿਲਾਇਆ ਹੈ, ਆਪ ਮਿਲਾਂਦਾ ਹੈ। ਹੁਣ ਦੇਖੋ, ਜਦੋਂ ਸਾਡਾ ਲੋਕਡਾਊਨ, ਜਦੋਂ ਸਾਡਾ ਇਹ ਜ਼ੂਮ ਦਾ ਬੰਦ ਹੋ ਗਿਆ ਸੀ, ਜਦੋਂ ਇਸ ਜ਼ੂਮ ਦੇ ਸਾਡੇ ਪ੍ਰੋਗਰਾਮ ਦੀ ਸਮਾਪਤੀ ਹੋ ਗਈ ਸੀ, ਪਰ ਜਿਨ੍ਹਾਂ ਨੂੰ ਭੁੱਖ ਸੀ ਭਜਨ ਦੀ, ਕੀਰਤਨ ਦੀ, ਉਹਨਾਂ ਨੂੰ ਤਾਂਗ ਸੀ ਕਿ ਇਹ ਦੁਬਾਰਾ ਸ਼ੁਰੂ ਹੋਏ, ਤਾਂ ਕਿ ਅਸੀਂ ਸਾਰੇ ਰਲ ਮਿਲ ਕੇ ਬੈਠ ਕੇ
ਅਸੀਂ ਪਰਮਾਤਮਾ ਦੀ ਸਿਫਤ ਸਲਾਹ ਕਰੀਏ। ਇਹ ਕਦੋਂ ਹੁੰਦੀ ਹੈ? ਜਦੋਂ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਜਦੋਂ ਵਾਹਿਗੁਰੂ ਇਹ ਨਿਯੁਕਤ ਕਰਦੇ ਨੇ ਕਿ ਜਦੋਂ ਵਾਹਿਗੁਰੂ ਬਖਸ਼ਿਸ਼ ਕਰਦੇ ਨੇ, ਜਦੋਂ ਉਹ ਆਪਣੀ ਕਿਰਪਾ ਕਰਦੇ ਨੇ ਕਿਸੇ ਦੇ ਉੱਤੇ, ਤੇ ਉਹਨੂੰ ਫਿਰ ਇਹ ਤਾਂਗ ਲੱਗਦੀ ਹੈ ਕਿ ਅਸੀਂ ਸਾਰੇ ਮਿਲ ਕੇ ਅਸੀਂ ਵਾਹਿਗੁਰੂ ਦਾ ਨਾਮ ਜਪੀਏ। ਤੇ ਇੱਥੇ ਇਹ ਪਰਮਾਤਮਾ ਦੇ ਅੱਗੇ ਬੇਨਤੀ ਹੈ ਕਿ ਵਾਹਿਗੁਰੂ ਜੀ, हे ਪਰਮਾਤਮਾ, ਤੁਹਾਡੇ ਹੁਕਮ ਦੇ ਅਨੁਸਾਰ, ਤੁਹਾਡੇ ਹੁਕਮ ਦੇ ਅੰਦਰ ਜੋ ਸਾਨੂੰ ਇਹ ਸੱਜਣ ਮਿੱਤਰ ਮਿਲੇ ਨੇ, ਕਿਉਂਕਿ ਹਰ ਇੱਕ ਦਾ ਮਿਲਣਾ ਵਿਛੜਨਾ ਇਹ ਪਰਮਾਤਮਾ ਦਾ ਪਹਿਲੇ ਤੋਂ ਹੀ ਤੈਅ ਹੁੰਦਾ ਹੈ। ਕਿੰਨੇ ਕਿੰਨੂੰ ਕਿੱਥੇ ਮਿਲਣਾ। ਹੁਣ ਸਾਨੂੰ ਕਿਆ ਸੰਗਤ ਜੀ ਪਤਾ ਸੀ ਕਿ ਇਹ ਸਾਡਾ ਜ਼ੂਮ ਦਾ ਪਰਿਵਾਰ ਬਣ ਜਾਏਗਾ, ਸਾਡਾ ਆਪਸ 'ਚ ਇੰਨਾ ਪ੍ਰੇਮ ਹੋ ਜਾਏਗਾ? ਇਹ ਸਾਨੂੰ ਨਹੀਂ ਪਤਾ ਸੀ। ਇਹ ਸਾਡਾ ਇੱਕ ਦੂਜੇ ਨਾਲ ਇਹ ਜੋ ਰਿਸ਼ਤਾ ਬਣ ਜਾਏਗਾ, ਇਹ ਸਤਸੰਗੀ ਦਾ ਰਿਸ਼ਤਾ ਬਣ ਜਾਏਗਾ। ਸਾਰੇ ਰਿਸ਼ਤੇ ਝੂਠੇ ਹੋ ਜਾਂਦੇ ਨੇ, ਪਰ ਜਿਹੜੇ ਇਹ ਸਤਸੰਗ ਦਾ ਰਿਸ਼ਤਾ ਹੈ ਨਾ ਸੰਗਤ ਜੀ, ਇਹ ਬੜਾ ਦੂਰ ਤੱਕ ਚੱਲਦਾ ਹੈ ਔਰ ਇਹ ਰਿਸ਼ਤਾ ਕਦੀ ਖਤਮ ਨਹੀਂ ਹੁੰਦਾ। ਇਹ ਰਿਸ਼ਤੇ 'ਚ ਸਾਰਿਆਂ ਨਾਲੋਂ ਜ਼ਿਆਦਾ ਪਿਆਰ ਹੁੰਦਾ ਹੈ। ਤੇ ਇਹਦੇ 'ਚ ਲਿਖਿਆ ਹੈ, ਇਹ ਸੱਜਣ ਮਿਲੇ ਨਾ ਵਿਛੜੇ। ਹੈ ਵਾਹਿਗੁਰੂ ਜੀ, ਜੋ ਇਹ ਸੱਜਣ ਤੁਹਾਡੀ ਕਿਰਪਾ ਦੇ ਨਾਲ ਮੈਨੂੰ ਮਿਲੇ ਨੇ, ਇਹ ਹੁਣ ਮੇਰੇ ਤੇ ਇੰਨੀ ਕਿਰਪਾ ਕਰੋ ਕਿ ਇਹ ਹੁਣ ਮੇਰੇ ਤੋਂ ਵਿਛੜਨ ਨਾ। ਮਨ ਹੀ ਤੇ ਮਨ ਮਾਨਿਆ, ਗੁਰ ਕੈ ਸ਼ਬਦ ਅਪਾਰ। ਔਰ ਫਿਰ ਕਦੋਂ ਹੁੰਦਾ, ਜਿਹੜੇ ਸੱਜਣ ਹੁੰਦੇ ਨੇ ਨਾ, ਜਦੋਂ ਵਾਹਿਗੁਰੂ ਦਾ ਸ਼ਬਦ ਆਪਣੇ ਮਨ 'ਚ ਵਸਾਉਂਦੇ ਨੇ, ਤੇ ਫਿਰ ਕੀ ਹੁੰਦਾ, ਉਹ ਵਾਹਿਗੁਰੂ ਦਾ ਸ਼ਬਦਾਂ ਦਾ ਇੰਨਾ ਅਸਰ ਉਹਨਾਂ ਦਾ ਹੋ ਜਾਂਦਾ ਹੈ ਕਿ ਉਹਨਾਂ ਦਾ ਚਿੱਤ ਕਰਦਾ ਕਿ ਅਸੀਂ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੀ ਰਹੀਏ। ਉਹ ਫਿਰ ਵਾਹਿਗੁਰੂ ਦਾ ਨਾਮ ਹੀ ਉਹਨਾਂ ਦੀ ਜ਼ਿੰਦਗੀ ਦਾ ਆਧਾਰ ਬਣ ਜਾਂਦਾ। ਉਹ ਸ਼ਬਦ ਗੁਰੂ ਦਾ, ਉਹਨਾਂ ਦਾ ਇਹ ਨਾਮ, ਉਹਨਾਂ ਸ਼ਬਦ ਗੁਰੂ ਦਾ ਉਹਨਾਂ ਦੇ ਜੀਵਨ ਦਾ ਆਧਾਰ ਬਣ ਜਾਂਦਾ। ਸੱਜਣ ਮਿਲੇ ਸੱਜਣਾ, ਜਿਨ ਸਤਿਗੁਰੂ ਨਾਲ ਪਿਆਰ। ਹੁਣ ਜਦੋਂ ਦੋ ਜਾਣਿਆਂ ਦੀ ਦੋਸਤੀ ਹੁੰਦੀ ਆ, ਕਿਸੇ ਅਮੀਰ ਦੀ ਔਰ ਗਰੀਬ ਦੀ ਦੋਸਤੀ ਨਹੀਂ ਹੁੰਦੀ ਸੰਗਤ ਜੀ। ਕਿਸੇ ਗੁਣੀ ਔਰ ਅਵਗੁਣੀ ਦੀ ਦੋਸਤੀ ਨਹੀਂ ਹੁੰਦੀ। ਜਦੋਂ ਅਸੀਂ ਦੇਖਦੇ ਹਾਂ ਕਿ ਦੋ ਮਨੁੱਖਾਂ ਦੀ ਜਦੋਂ ਉਹਨਾਂ ਦੇ ਆਪਸ 'ਚ ਗੁਣ ਮਿਲਦੇ ਨੇ, ਜਿਨੇ ਮौज ਮਸਤੀ ਕਰਨੀ ਹੁੰਦੀ ਹੈ ਉਹ ਮौज ਮਸਤੀ ਵਾਲਾ ਹੀ ਬੰਦਾ ਲੱਭਦਾ, ਜਿਨੇ ਸਤਸੰਗ ਕਰਨਾ ਹੁੰਦਾ ਉਹ ਸਤਸੰਗ ਵਾਲਾ ਬੰਦਾ ਲੱਭਦਾ ਹੈ। ਤੇ ਇਹ ਜਦੋਂ ਗੁਣ ਆਪਸ 'ਚ ਮਿਲਦੇ ਨੇ ਨਾ, ਇਹ ਦੋਸਤੀ ਉਦੋਂ ਹੀ ਹੁੰਦੀ ਹੈ। ਔਰ ਇੱਥੇ ਸੱਜਣ ਕੀ, ਸੱਜਣ ਮਿਲੇ ਸੱਜਣਾ। ਜਿਹੜਾ ਇੱਕ ਸੱਜਣ ਹੁੰਦਾ ਹੈ ਨਾ, ਜਿਹੜਾ ਸੱਚਾ ਮਨੁੱਖ ਹੁੰਦਾ, ਜਿਹੜਾ ਸਤਸੰਗ ਪ੍ਰੇਮੀ ਹੁੰਦਾ, ਜਿਹੜਾ ਸਤਸੰਗੀ ਹੁੰਦਾ, ਉਹ ਸਤਸੰਗੀਆਂ ਨੂੰ ਹੀ ਲੱਭਦਾ ਹੈ, ਉਹਨਾਂ ਨੂੰ ਹੀ ਮਿਲਦਾ ਹੈ। ਉਹਨਾਂ ਨੂੰ ਮਿਲ ਕੇ ਫਿਰ ਕੀ ਕਰਦੇ ਨੇ? ਸੱਜਣ ਮਿਲੇ ਸੱਜਣਾ, ਜਿਨ ਸਤਿਗੁਰੂ ਨਾਲ ਪਿਆਰ। ਇਹ ਉਹਨਾਂ ਨੂੰ ਹੀ ਮਿਲਦਾ, ਉਹ ਮਿਲਣਾ ਚਾਹੁੰਦੇ ਨੇ, ਉਹਨਾਂ ਨਾਲ ਹੀ ਦੋਸਤੀ ਰੱਖਣਾ ਚਾਹੁੰਦੇ ਨੇ, ਉਹਨਾਂ ਨਾਲ ਹੀ ਉਹ ਵਾਸਤਾ ਰੱਖਣਾ ਚਾਹੁੰਦੇ ਨੇ, ਜਿਹਨੂੰ ਕਿ ਸਤਿਗੁਰੂ ਦੇ ਨਾਲ ਪਿਆਰ ਹੁੰਦਾ ਹੈ। ਮਿਲ ਪ੍ਰੀਤਮ ਤਿਨੀ ਧਿਆਇਆ। ਔਰ ਫਿਰ ਇਹ ਸਾਰੇ ਮਿਲ ਕੇ ਕੀ ਕਰਦੇ ਨੇ? ਉਹ ਫਿਰ ਪ੍ਰੀਤਮ ਨੂੰ ਧਿਆਉਂਦੇ ਨੇ, ਉਹ ਵਾਹਿਗੁਰੂ ਨੂੰ ਧਿਆਉਂਦੇ ਨੇ, ਉਹ ਵਾਹਿਗੁਰੂ ਦੀ ਫਿਰ ਸਿਫਤ ਸਲਾਹ ਕਰਦੇ ਨੇ। ਸੱਚਾ ਪ੍ਰੇਮ ਪਿਆਰ। ਔਰ ਸਿਫਤ ਸਲਾਹ ਕੌਣ ਕਰ ਸਕਦਾ ਹੈ? ਜਿਹਨੂੰ ਸੱਚੇ ਦੇ ਨਾਲ ਪਿਆਰ ਹੁੰਦਾ ਹੈ, ਜਿਹਨੂੰ ਵਾਹਿਗੁਰੂ ਦੇ ਨਾਲ ਪਿਆਰ ਹੁੰਦਾ ਹੈ, ਉਹੀ ਉਹਦੀ ਸਿਫਤ ਸਲਾਹ ਕਰ ਸਕਦਾ, ਬਾਕੀ ਦੂਸਰਾ ਕੋਈ ਨਹੀਂ ਕਰਦਾ। ਫਿਰ ਇਹਦੇ 'ਚ ਦੂਸਰਿਆਂ ਦਾ ਵੀ ਦਿੱਤਾ ਹੈ ਕਿ ਇੱਕ ਤੇ ਹੋ ਗਿਆ ਗੁਰਮੁਖ, ਇੱਕ ਹੋ ਗਿਆ ਸੱਜਣ, ਜਿਹਨੂੰ ਕਿ ਸੱਜਣਾ ਦੇ ਨਾਲ ਮਿਲਣਾ ਪਸੰਦ ਹੈ, ਸੱਜਣਾ ਦੇ ਨਾਲ ਬੈਠਣਾ ਪਸੰਦ ਹੈ, ਸੱਜਣਾ ਦੇ ਨਾਲ ਸਤਸੰਗ ਕਰਨਾ ਪਸੰਦ ਹੈ। ਹੁਣ ਸੰਗਤ ਜੀ ਕਈ ਵਾਰੀ ਕੀ ਹੁੰਦਾ ਹੈ, ਹੁਣ ਜ਼ਰੂਰੀ ਨਹੀਂ ਹੁੰਦਾ ਜੋ ਸੱਜਣ ਪੁਰਸ਼ ਹੁੰਦਾ, ਜਿਹਨੇ ਆਪਣੇ ਮਨ 'ਚ ਸੱਤ ਵਸਾਇਆ ਹੁੰਦਾ ਹੈ, ਉਹ ਹੁਣ ਸੀਰੀਅਸ ਹੋ ਕੇ ਬੈਠਾ ਰਹੇ। ਕਈ ਵਾਰ ਸੱਜਣ ਜਿਹੜਾ ਪੁਰਖ ਹੁੰਦਾ ਹੈ, ਅਸੀਂ ਉਹਦੀ ਪਹਿਚਾਨ ਕੀ ਹੈ? ਉਹਦੀ ਪਹਿਚਾਨ ਹੈ ਕਿ ਉਹਦੇ ਹਰ ਇੱਕ ਕਿਰਿਆ ਤੋਂ, ਹਰ ਇੱਕ ਕਰਮ ਤੋਂ ਉਹਦੇ ਪਰਮਾਤਮਾ ਦੇ ਗੁਣਾਂ ਦੀ ਝਲਕ ਮਿਲਦੀ ਹੈ। ਕਿਸ ਤਰ੍ਹਾਂ ਝਲਕ ਮਿਲਦੀ ਹੈ? ਜਦੋਂ ਕੋਈ ਕੰਮ ਕਰਦਾ ਹੈ, ਜਦੋਂ ਉਹ ਕੋਈ ਆਪਣੇ ਮੁਖ ਤੋਂ ਗੱਲਾਂ ਕਰਦਾ ਹੈ, ਤੇ ਨਾ ਚਾਹੁੰਦੇ ਹੋਏ ਵੀ ਉਹ ਫਿਰ ਉਹਨੇ ਪਰਮਾਤਮਾ ਦੀਆਂ ਹੀ ਗੱਲਾਂ ਕਰਨੀਆਂ ਨੇ। ਜਦੋਂ ਉਹ ਕੋਈ ਕੰਮ ਕਰਦਾ ਹੈ, ਉਹ ਇਸ ਤਰ੍ਹਾਂ ਦਾ ਕੰਮ ਕਰਦਾ ਹੈ ਜੋ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋਏ, ਜੋ ਵਾਹਿਗੁਰੂ ਨੇ ਸਾਨੂੰ ਦੱਸਿਆ ਹੋਏ,
ਜਿਸ ਤਰ੍ਹਾਂ ਆਪ ਤੇ ਜਪਣਾ, ਬਾਕੀ ਦੂਜਿਆਂ ਨੂੰ ਵੀ ਜਪਾਣਾ। ਆਪ ਸੇਵਾ ਕਰਨੀ, ਦੂਜਿਆਂ ਨੂੰ ਵੀ ਆਪਣੇ ਨਾਲ ਲਗਾ ਲੈਣਾ, ਚਲੋ ਜੀ ਤੁਸੀਂ ਵੀ ਸਾਡੇ ਨਾਲ ਸੇਵਾ ਕਰੋ। ਆਪ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਣਾ ਤੇ ਦੂਸਰਿਆਂ ਨੂੰ ਵੀ ਕਹਿਣਾ ਕਿ ਤੁਸੀਂ ਵੀ ਇਹ ਕੰਮ ਕਰੋ। ਤੇ ਇਸ ਲਈ ਉਹਨਾਂ ਦੇ ਹਰ ਇੱਕ ਕਿਰਿਆ ਤੋਂ, ਹਰ ਇੱਕ ਕਰਮ ਤੋਂ ਉਹਨਾਂ ਦੇ ਵਾਹਿਗੁਰੂ ਦੀ ਝਲਕ ਮਿਲਦੀ ਹੈ ਕਿ ਵਾਹਿਗੁਰੂ ਨੇ ਸਾਨੂੰ ਇਹ ਦੱਸਿਆ ਤੇ ਜੋ ਉਹਨਾਂ ਨੇ ਸਾਨੂੰ ਮਾਰਗ ਦੱਸਿਆ ਉਹਦੇ ਤੇ ਚੱਲਦੇ ਨੇ। ਇੱਕ ਵਾਰੀ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜਾ ਰਹੇ ਸੀ ਆਪਣੇ ਸਿੱਖਾਂ ਦੇ ਨਾਲ ਤੇ ਉਹਨਾਂ ਨੂੰ ਇੱਕ ਬੱਚੇ ਦੀ ਰੋਣ ਦੀ ਆਵਾਜ਼ ਆਈ। ਉਹਨਾਂ ਨੇ ਆਪਣੇ ਸਿੱਖਾਂ ਨੂੰ ਕਿਹਾ ਕਿ ਜਾ ਕੇ ਦੇਖੋ ਇਹ ਬੱਚੇ ਦੀ ਆਵਾਜ਼ ਕਿੱਥੋਂ ਆ ਰਹੀ ਹੈ। ਤੇ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤੇ ਸਿੱਖਾਂ ਨੇ ਆ ਕੇ ਸੇਵਕਾਂ ਨੇ ਦੱਸਿਆ ਕਿ ਪਾਤਸ਼ਾਹ ਇੱਥੇ ਤੇ ਇੱਕ ਛੋਟਾ ਬੱਚਾ ਹੈ ਜੋ ਕਿ ਰੋ ਰਿਹਾ ਹੈ ਔਰ ਇਹ ਤੇ ਉਹਦੇ ਗੰਦ ਦੇ ਵਿੱਚ ਪਿਆ ਹੋਇਆ ਹੈ, ਬਹੁਤ ਉਹਨੂੰ ਗੰਦ ਲੱਗਾ ਹੋਇਆ, ਗੰਦਾ ਹੋਇਆ ਬੱਚਾ, ਉਹਨੂੰ ਬੜੀ ਮਿੱਟੀ ਘੱਟਾ ਲੱਗਾ ਹੋਇਆ ਕਿਉਂਕਿ ਉਹ ਗੰਦ ਵਿੱਚ ਪਿਆ। ਤੇ ਪਾਤਸ਼ਾਹ ਕਹਿੰਦੇ ਇਹਨੂੰ ਚੁੱਕੋ। ਤੇ ਉਹ ਕਹਿੰਦੇ ਪਾਤਸ਼ਾਹ ਇਹ ਤੇ ਬੜਾ ਗੰਦਾ ਹੋਇਆ ਬੱਚਾ। ਤੇ ਸਤਿਗੁਰੂ ਕਹਿੰਦੇ ਨੇ ਕੋਈ ਗੱਲ ਨਹੀਂ, ਅਸੀਂ ਇਹਨੂੰ ਨਵਾ ਧਵਾ ਕੇ ਇਹਨੂੰ ਅਸੀਂ ਸੁਥਰਾ ਕਰ ਲਾਂਗੇ। ਤੇ ਜਦੋਂ ਪਾਤਸ਼ਾਹ ਕਹਿੰਦੇ ਨੇ ਕਿ ਨਵਾ ਧਵਾ ਕੇ ਅਸੀਂ ਇਹਨੂੰ ਸੁਥਰਾ ਕਰ ਲਾਂਗੇ ਤੇ ਉਹਦਾ ਨਾਮ ਪੈ ਜਾਂਦਾ ਹੈ ਸੁਥਰਾ। ਤੇ ਹੁਣ ਪਾਤਸ਼ਾਹ ਦੇ ਕੋਲ ਉਹ ਬੱਚਾ ਰਹਿੰਦਾ, ਪਾਤਸ਼ਾਹ ਦੀ ਦੇਖ ਰੇਖ 'ਚ ਰਹਿੰਦਾ। ਤੇ ਸਤਿਗੁਰਾਂ ਨੇ ਸਾਰਿਆਂ ਨੂੰ ਮਨਾ ਕੀਤਾ ਹੁੰਦਾ ਹੈ ਕਿ ਇਹਨੂੰ ਕੋਈ ਗੁੱਸਾ ਨਹੀਂ ਕਰੇਗਾ, ਇਹਨੂੰ ਕੋਈ ਡਾਂਟੇਗਾ ਨਹੀਂ ਬੱਚੇ ਨੂੰ। ਤੇ ਦੇਖੋ ਸੰਗਤ ਜੀ, ਜੋ ਉਹ ਤੇ ਪਾਤਸ਼ਾਹ ਸਾਡੇ ਗੁਰੂ ਸੀਗੇ, ਉਹਨਾਂ ਦੀ ਤੇ ਦ੍ਰਿਸ਼ਟੀ ਬਹੁਤ ਦਿਵਯ ਦ੍ਰਿਸ਼ਟੀ ਸੀ, ਉਹ ਤੇ ਬਹੁਤ ਦੂਰ ਦੂਰ ਤੱਕ ਦੇਖ ਲੈਂਦੇ ਸੀ। ਪਰ ਜਿਨ੍ਹਾਂ ਨੂੰ ਜੋ ਭਗਤੀ ਕਰਦੇ ਨੇ ਜ਼ਿਆਦਾ, ਜੋ ਸੱਚ ਦੇ ਰਸਤੇ ਤੇ ਚੱਲਦੇ ਨੇ, ਉਹਨਾਂ ਨੂੰ ਵੀ ਇੱਕ ਇਹੋ ਜਿਹੀਆਂ ਅੱਖਾਂ ਮਿਲ ਜਾਂਦੀਆਂ ਕਿ ਦੂਸਰੇ ਨੂੰ ਵੀ ਉਹ ਪਹਿਚਾਨ ਲੈਂਦੇ ਨੇ ਕਿ ਇਹ ਕਿੰਨਾ ਭਗਤੀ ਵਾਲਾ ਬੰਦਾ ਹੈ, ਇਹ ਕਿਸ ਤਰ੍ਹਾਂ ਦਾ ਇਹਦਾ ਕੈਰੈਕਟਰ ਹੈ ਜਾਂ ਇਹ ਵੱਡਾ ਹੋ ਕੇ ਕਿਸ ਤਰ੍ਹਾਂ ਦਾ ਬਣੇਗਾ। ਉਹਨਾਂ ਨੂੰ ਇਹ ਗਿਆਨ ਪਹਿਲਾਂ ਹੀ ਹੋ ਜਾਂਦਾ, ਉਹਨਾਂ ਨੂੰ ਦਿਖ ਜਾਂਦਾ ਹੈ। ਤੇ ਪਾਤਸ਼ਾਹ ਉਸ ਬੱਚੇ ਨੂੰ ਲੈ ਆਉਂਦੇ ਨੇ, ਨਾਮ ਪੈ ਜਾਂਦਾ ਦਾ ਸੁਥਰਾ। ਹੁਣ ਪਾਤਸ਼ਾਹ ਦੀ ਦੇਖ ਰੇਖ 'ਚ ਪਾਤਸ਼ਾਹ ਦੇ ਨਾਲ ਵੱਡਾ ਹੋਣਾ ਸ਼ੁਰੂ ਹੋ ਜਾਂਦਾ, ਪਾਤਸ਼ਾਹ ਦੀ ਦੇਖ ਰੇਖ 'ਚ। ਤੇ ਉਹਨੂੰ ਜਿਸ ਤਰ੍ਹਾਂ ਕਿ ਪਾਤਸ਼ਾਹ ਨੇ ਮਨਾ ਕੀਤਾ ਹੁੰਦਾ ਕਿ ਇਸ ਬੱਚੇ ਨੂੰ ਕੋਈ ਡਾਂਟੇਗਾ ਨਹੀਂ, ਕੋਈ ਗੁੱਸੇ ਨਹੀਂ ਹੋਏਗਾ। ਤੇ ਉਹ ਬੜਾ ਨਾ ਸ਼ਰਾਰਤੀ ਹੋ ਜਾਂਦਾ ਹੈ ਤੇ ਉਹਨੇ ਸ਼ਰਾਰਤਾਂ ਕਰਨੀਆਂ ਸ਼ੁਰੂ ਕਰ ਦਿੰਦਾ। ਜਦੋਂ ਸ਼ਰਾਰਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਤੇ ਕੀ ਹੁੰਦਾ ਹੈ, ਉਹ ਨਾ ਫਿਰ ਗਾਲਾਂ ਦੇਣੀਆਂ ਸ਼ੁਰੂ ਕਰ ਦਿੰਦਾ। ਤੇ ਜਿਸ ਤਰ੍ਹਾਂ ਥੋੜਾ ਵੱਡਾ ਹੁੰਦਾ ਹੈ, ਉਹ ਕਿਸੇ ਨੂੰ ਗਾਲਾਂ ਦੇਣ ਲੱਗ ਪੈਂਦਾ। ਤੇ ਸੇਵਕ ਆ ਕੇ, ਸਿੱਖ ਆ ਕੇ ਪਾਤਸ਼ਾਹ ਨੂੰ ਸ਼ਿਕਾਇਤ ਲਗਾਉਂਦੇ ਨੇ, ਦੇਖੋ ਪਾਤਸ਼ਾਹ ਤੁਸੀਂ ਤੇ ਮਨਾ ਕੀਤਾ ਸੀ ਕਿ ਸੁਥਰੇ ਨੂੰ ਕੁਝ ਕਹਿਣਾ ਨਹੀਂ, ਪਰ ਦੇਖੋ ਇਹਨੇ ਨਾ ਹੁਣ ਗਾਲੀਆਂ ਦੇਣੀਆਂ ਸ਼ੁਰੂ ਕਰਤੀਆਂ ਪਾਤਸ਼ਾਹ। ਪਾਤਸ਼ਾਹ ਕਹਿੰਦੇ ਅੱਛਾ, ਉਹਨੂੰ ਲੈ ਕੇ ਆਓ। ਸੁਥਰੇ ਨੂੰ ਲੈ ਕੇ ਆਉਂਦੇ ਨੇ ਪਾਤਸ਼ਾਹ ਦੇ ਅੱਗੇ, ਪੁੱਛਦੇ ਨੇ ਕਿਉਂ ਬਈ ਸੁਥਰਿਆ, ਤੂੰ ਗਾਲਾਂ ਕੱਢੀਆਂ? ਨਹੀਂ ਪਾਤਸ਼ਾਹ, ਮੈਂ ਤੇ ਕੋਈ ਗਾਲ ਨਹੀਂ ਕੱਢੀ। ਦੇਖੋ ਫਿਰ ਉਹਨਾਂ ਦੇ ਸਿੱਖ ਕਹਿੰਦੇ ਨੇ, ਦੇਖੋ ਪਾਤਸ਼ਾਹ ਇੱਕ ਤੇ ਇਹਨਾਂ ਨੇ ਗਾਲਾਂ ਕੱਢੀਆਂ, ਉੱਪਰੋਂ ਹੁਣ ਦੇਖੋ ਤੁਹਾਡੇ ਸਾਹਮਣੇ ਝੂਠ ਵੀ ਬੋਲਿਆ ਕਿ ਇਹ ਗਾਲਾਂ ਨਹੀਂ ਕੱਢੀਆਂ। ਤੇ ਸੁਥਰੇ ਨੇ ਕਿਹਾ ਅੱਛਾ ਦੱਸੋ, ਜੇ ਮੈਂ ਗਾਲਾਂ ਕੱਢੀਆਂ, ਮੈਂ ਕਿਸ ਦਿਨ ਤੁਹਾਨੂੰ ਗਾਲਾਂ ਕੱਢੀਆਂ ਸੀ? ਤੇ ਸਿੱਖ ਕਹਿੰਦੇ ਪਰਸੋਂ ਤੁਸੀਂ ਮੈਨੂੰ ਇਹ ਕਿਹਾ ਸੀ ਗਲਤ, 4 ਦਿਨ ਪਹਿਲਾਂ ਤੁਸੀਂ ਮੈਨੂੰ ਇਹ ਕਿਹਾ ਸੀ। ਪਾਤਸ਼ਾਹ ਦੇਖੋ ਮੈਨੂੰ ਯਾਦ ਹੈ, ਇਹਨੇ 4 ਦਿਨ ਪਹਿਲਾਂ ਉਹਨੂੰ ਇਹ ਗਾਲ ਕੱਢੀ ਸੀ, ਉਹਨੂੰ ਫਲਾਣੇ ਨੂੰ ਇਹ ਗਾਲ ਕੱਢੀ ਸੀ, ਮੈਨੂੰ ਇਹ ਗਾਲ ਕੱਢੀ ਸੀ। ਤੇ ਪਾਤਸ਼ਾਹ ਕਹਿੰਦੇ ਕਿਉਂ ਬਈ ਸੁਥਰਿਆ, ਦੱਸੋ ਹੁਣ ਤੁਸੀਂ। ਤੇ ਉਹ ਹੱਥ ਜੋੜ ਕੇ ਨਾ ਖੜੇ ਹੋ ਗਏ, ਹਾਲਾਂਕਿ ਛੋਟੇ ਸੀ, ਉਹ ਬੱਚੇ ਸੀ। ਤੇ ਫਿਰ ਕਹਿੰਦੇ ਪਰ ਉਹਨਾਂ ਦਾ ਜਿਹੜਾ ਚਿੱਤ ਸੀ ਨਾ, ਉਹ ਪਾਤਸ਼ਾਹ ਦੇ ਸ਼ਬਦਾਂ ਦੇ ਵਿੱਚ ਜੁੜਿਆ ਹੋਇਆ ਸੀ। ਕਹਿੰਦੇ ਪਾਤਸ਼ਾਹ ਇਹਨਾਂ ਨੂੰ ਪਤਾ ਹੈ ਕਿ ਮੈਂ ਫਲਾਣੇ ਦਿਨ ਗਾਲ ਕੱਢੀ, ਫਲਾਣੇ ਦਿਨ ਗਾਲ ਕੱਢੀ, ਇਹ ਰੋਜ਼ ਤੁਹਾਡੇ ਬਚਨ ਸੁਣਦੇ ਨੇ। ਇਹਨਾਂ ਨੂੰ ਪੁੱਛੋ ਤੁਸੀਂ ਕੱਲ ਕੀ ਬਚਨ ਕੀਤੇ ਸੀ, ਤੁਸੀਂ ਅੱਜ ਸਵੇਰੇ ਕੀ ਬਚਨ ਕੀਤੇ ਸੀ, ਤੁਸੀਂ ਪਰਸੋਂ ਕੀ ਬਚਨ ਕੀਤੇ ਸੀ। ਤੁਸੀਂ ਇਹ ਸਿੱਖਾਂ ਨੂੰ ਪੁੱਛੋ ਕਿ ਉਹਨਾਂ ਨੂੰ ਇਹ ਯਾਦ ਹੈ? ਉਹਨਾਂ ਨੂੰ ਮੇਰੀਆਂ ਗਾਲਾਂ ਯਾਦ ਨੇ, ਪਰ ਪਾਤਸ਼ਾਹ ਜੋ ਤੁਸੀਂ
ਸਾਨੂੰ ਬਚਨ ਦਿੰਦੇ ਹੋ, ਜੋ ਤੁਸੀਂ ਸਾਨੂੰ ਮਾਰਗਦਰਸ਼ਨ ਕਰਦੇ ਹੋ, ਇਹ ਸਿੱਖਾਂ ਨੂੰ ਪੁੱਛੋ ਕਿਆ ਉਹ ਇਹ ਸ਼ਬਦ ਆਪਣੇ ਮਨ 'ਚ ਵਸਾਉਂਦੇ ਨੇ? ਤੇ ਉਹਨਾਂ ਨੇ ਛੋਟੀ ਅਵਸਥਾ ਦੇ ਵਿੱਚ ਖੇਲ ਵਿੱਚ ਉਹ ਇਹ ਸਮਝਾਵਨਾ ਕਰ ਦਿੰਦੇ ਹੁੰਦੇ ਸੀ ਕਿ ਸ਼ਬਦਾਂ ਦੇ ਨਾਲ ਜੁੜੋ। ਤੇ ਇੱਕ ਦਿਨ ਉਹਨਾਂ ਨੇ ਆਪਣੇ ਹੱਥ 'ਚ ਚਿੜੀ ਫੜ ਲਈ। ਪਾਤਸ਼ਾਹ ਨੂੰ ਕਹਿੰਦੇ, ਪਾਤਸ਼ਾਹ ਦੱਸੋ ਮੇਰੇ ਹੱਥ 'ਚ ਚਿੜੀ ਹੈ, ਮਰੀ ਹੈ ਕਿ ਜਿੰਦੀ ਹੈ? ਤੇ ਪਾਤਸ਼ਾਹ ਨੇ ਸੋਚਿਆ, ਕਹਿੰਦੇ ਜੇ ਤੇ ਮੈਂ ਕਹਿਤਾ ਕਿ ਚਿੜੀ ਮਰੀ ਹੋਈ ਹੈ ਤੇ ਇਹਨੇ ਉਡਾ ਦੇਣੀ ਹੈ, ਜੇ ਮੈਂ ਕਿਹਾ ਕਿ ਜਿੰਦੀ ਹੈ ਤੇ ਇਹਨੇ ਹੱਥ 'ਚ ਮਾਰ ਦੇਣੀ ਹੈ। ਤੇ ਪਾਤਸ਼ਾਹ ਕਹਿੰਦੇ ਆ, ਸੁਥਰਿਆ ਤੇਰੀਆਂ ਤੂੰ ਹੀ ਜਾਣੇ। ਤੇ ਹੋਰ ਥੋੜੇ ਦਿਨ ਨਿਕਲ ਜਾਂਦੇ ਨੇ। ਤੇ ਇੱਕ ਦਿਨ ਕੀ ਹੁੰਦਾ ਹੈ, ਦਰਬਾਰ ਲੱਗਾ ਹੁੰਦਾ ਹੈ ਪਾਤਸ਼ਾਹ ਦਾ, ਤੇ ਪਾਤਸ਼ਾਹ ਬੈਠੇ ਹੁੰਦੇ ਨੇ, ਪਿੱਛੇ ਸੁਥਰਾ ਚਵਰ ਕਰ ਰਹੇ ਹੁੰਦੇ ਨੇ, ਪਾਤਸ਼ਾਹ ਦੇ ਪਿੱਛੇ ਖੜੇ ਹੋ ਕੇ। ਅੱਗੇ ਸੰਗਤ ਬੈਠੀ ਹੁੰਦੀ ਹੈ। ਇੱਕ ਸਾਧੂ ਆਂਦਾ ਹੈ ਦਰਬਾਰ ਦੇ ਵਿੱਚ, ਪੂਰੇ ਸਰੀਰ ਤੇ ਭਸਮ ਮਲੀ ਹੁੰਦੀ ਹੈ, ਜਟਾਧਾਰੀ ਹੁੰਦਾ ਹੈ, ਮੱਥੇ ਤੇ ਵੱਡਾ ਤਿਲਕ ਲਗਾਇਆ ਹੁੰਦਾ ਹੈ। ਤੇ ਜਦੋਂ ਪੂਰੇ ਸਰੀਰ ਤੇ ਭਸਮ ਲਗਾਈ ਹੁੰਦੀ ਹੈ ਤੇ ਆ ਕੇ ਦਰਬਾਰ ਦੇ ਵਿੱਚ ਚੌਂਕੜਾ ਮਾਰ ਕੇ ਸੰਗਤ ਦੇ ਵਿੱਚ ਬੈਠ ਜਾਂਦਾ, ਅੱਖਾਂ ਬੰਦ ਕਰ ਲੈਂਦਾ। ਅੱਖਾਂ ਬੰਦ ਕਰਕੇ ਥੋੜੀ ਦੇਰ ਬਾਅਦ ਖੋਲ ਕੇ ਦੇਖ ਲੈਂਦਾ ਕਿ ਸੰਗਤ ਮੇਰੇ ਵੱਲ ਵੇਖ ਰਹੀ ਹੈ ਕਿ ਨਹੀਂ। ਫਿਰ ਬੰਦ ਕਰ ਲੈਂਦਾ ਅੱਖਾਂ। ਫਿਰ ਥੋੜੀ ਦੇਰ ਬਾਅਦ ਸਾਧੂ ਅੱਖਾਂ ਖੋਲ ਲੈਂਦਾ, ਫਿਰ ਦੇਖ ਲੈਂਦਾ ਕਿ ਮੇਰੇ ਵੱਲ ਕੋਈ ਦੇਖ ਰਿਹਾ ਕਿ ਨਹੀਂ। ਔਰ ਇਹ ਸੁਥਰਾ ਪਿੱਛੇ ਖੜਾ ਹੋ ਕੇ ਪਾਤਸ਼ਾਹ ਦੇ ਚਵਰ ਤੇ ਕਰ ਹੀ ਰਹੇ ਹੁੰਦੇ ਨੇ। ਇਹ ਦੇਖ ਲੈਂਦੇ ਨੇ ਕਿ ਇਹ ਸਾਧੂ ਤੇ ਪਖੰਡ ਕਰਦਾ ਪਿਆ। ਸਰੀਰ ਤੇ ਭਸਮ ਮਲੀ ਹੁੰਦੀ ਹੈ। ਭਸਮ ਕਿਉਂ ਮਲਦੇ ਨੇ? ਭਸਮ ਹੁੰਦੀ ਹੈ ਸੰਗਤ ਜੀ, ਭਸਮ ਹੁੰਦੀ ਹੈ ਕਿ ਅਸੀਂ ਆਪਣੇ ਅੰਦਰ ਦੀਆਂ ਤ੍ਰਿਸ਼ਨਾਵਾਂ, ਆਪਣੇ ਅੰਦਰ ਦੇ ਅਵਗੁਣ, ਇਹ ਸਾਡੇ ਭਸਮ ਹੋ ਗਏ ਨੇ, ਤੇ ਇਸ ਲਈ ਆਪਣੇ ਸਰੀਰ ਤੇ ਭਸਮ ਮਲ ਲੈਂਦੇ ਨੇ ਕਿ ਸਾਡੀਆਂ ਸਾਰੀਆਂ ਤ੍ਰਿਸ਼ਨਾਵਾਂ ਭਸਮ ਹੋ ਗਈਆਂ। ਤੇ ਜਦੋਂ ਉਹ ਸਾਧੂ ਵਿੱਚ ਅੱਖਾਂ ਖੋਲ ਕੇ ਦੇਖਦਾ ਹੈ ਤੇ ਉਹਦੀ ਨਜ਼ਰ ਜਦੋਂ ਸੁਥਰੇ ਵੱਲ ਜਾਂਦੀ ਹੈ ਤੇ ਸੁਥਰੇ ਕੀ ਕਰਦੇ ਨੇ, ਐਦਾਂ ਉਂਗਲੀ ਕਰਕੇ ਉਹਨਾਂ ਨੂੰ ਚੜਾਉਂਦੇ ਨੇ। ਸਾਧੂ ਇੱਕ ਵਾਰੀ ਦੇਖਦੇ ਨੇ, ਫਿਰ ਅੱਖਾਂ ਬੰਦ ਕਰ ਲੈਂਦੇ ਨੇ, ਫਿਰ ਦੂਸਰੀ ਵਾਰ ਦੇਖਦੇ ਨੇ, ਫਿਰ ਅੱਖਾਂ ਬੰਦ ਕਰ ਲੈਂਦੇ। ਉਹਨਾਂ ਨੂੰ ਕ੍ਰੋਧ ਆ ਜਾਂਦਾ ਹੈ। ਜਦੋਂ ਦਰਬਾਰ ਦੀ ਸਮਾਪਤੀ ਹੁੰਦੀ ਹੈ, ਪਾਤਸ਼ਾਹ ਦੇ ਕੋਲ ਜਾਂਦੇ ਨੇ, ਕ੍ਰੋਧ ਦੇ ਅੰਦਰ ਆਇਆ ਹੁੰਦਾ ਹੈ। ਔਰ ਫਿਰ ਜਦੋਂ ਪਾਤਸ਼ਾਹ ਦੇਖਦੇ ਨੇ, ਉਹ ਪਾਤਸ਼ਾਹ ਦੇ ਪਿੱਛੇ ਚਵਰ ਕੀਤੇ ਉਹ ਉਂਗਲੀ ਬਾਰ-ਬਾਰ ਏਦਾਂ ਕਰੀ ਜਾਂਦੇ ਨੇ। ਤੇ ਉਹ ਕਹਿੰਦੇ ਪਾਤਸ਼ਾਹ, ਜੋ ਤੁਹਾਡੇ ਪਿੱਛੇ ਤੁਹਾਡਾ ਸੇਵਕ ਖੜਾ ਹੈ, ਇਹ ਮੈਨੂੰ ਬਾਰ-ਬਾਰ ਚਿੜਾ ਰਿਹਾ, ਉਂਗਲੀ ਕਰ ਕਰਕੇ ਚਿੜਾ ਰਿਹਾ। ਹੁਣ ਪਾਤਸ਼ਾਹ ਕਹਿੰਦੇ ਕਿਉਂ ਬਈ ਸੁਥਰਿਆ, ਤੂੰ ਚਿੜਾਇਆ ਸਾਧੂ ਨੂੰ? ਹੈ ਤੂੰ ਸਾਧੂ ਸੰਤਾਂ ਨੂੰ ਚਿੜਾਇਆ? ਨਹੀਂ ਪਾਤਸ਼ਾਹ, ਮੈਂ ਤੇ ਨਹੀਂ ਚਿੜਾਇਆ, ਮੈਂ ਤੇ ਕੁਝ ਕਿਹਾ ਹੀ ਨਹੀਂ ਪਾਤਸ਼ਾਹ, ਮੈਂ ਤੇ ਖੜਾ ਹਾਂ ਇੱਥੇ ਤੁਹਾਡੀ ਸੇਵਾ 'ਚ। ਫਿਰ ਸਾਧੂ ਕਹਿੰਦਾ ਨਹੀਂ ਪਾਤਸ਼ਾਹ, ਸਤਿਗੁਰੂ ਇਹਨੇ ਤੇ ਮੈਨੂੰ 10-15 ਵਾਰ ਚਿੜਾਇਆ ਹੈ, ਹੁਣ ਵੀ ਦੇਖੋ ਚਿੜਾ ਰਿਹਾ। ਔਰ ਉਹਨੂੰ ਬੜਾ ਕ੍ਰੋਧ ਆ ਜਾਂਦਾ। ਤੇ ਪਾਤਸ਼ਾਹ ਕਹਿੰਦੇ ਦੇਖ ਸੁਤਰਿਆ, ਸਾਨੂੰ ਪਤਾ ਹੈ ਤੇਰੀ ਆਦਤ ਦਾ, ਹੁਣ ਤੁਸੀਂ ਦੱਸੋ ਤੁਸੀਂ ਇਹ ਕਿਉਂ ਕਰ ਰਹੇ ਹੋ? ਤੇ ਸੁਥਰੇ ਸ਼ਾਹ ਕੀ ਕਹਿੰਦੇ ਨੇ ਕਿ ਪਾਤਸ਼ਾਹ, ਮੈਂ ਤੇ ਫੋਲ ਕੇ ਦੇਖ ਰਿਹਾ ਸੀ ਕਿ ਇਹ ਜਿਹੜੀ ਭਸਮ ਮਲੀ ਹੋਈ ਹੈ ਇਹਨਾਂ ਨੇ, ਇਹ ਠੰਡੀ ਹੈ ਕਿ ਹਾਲੀ ਤੱਕ ਤਪ ਰਹੀ ਹੈ, ਪਰ ਮੈਂ ਤੇ ਦੇਖਿਆ ਹੈ ਕਿ ਇੱਥੇ ਤੇ ਹਾਲੀ ਵੀ ਭਾਂਬੜ ਮਚੇ ਹੋਏ ਨੇ। ਤੇ ਸਾਧੂ ਬਹੁਤ ਸ਼ਰਮਿੰਦਾ ਹੋ ਜਾਂਦਾ ਕਿਉਂਕਿ ਉਹਨੂੰ ਕ੍ਰੋਧ ਆਇਆ ਹੁੰਦਾ ਹੈ। ਤੇ ਦੇਖੋ ਇਹਨਾਂ ਨੇ ਆਪਣੇ ਅੰਦਰ ਗੁਰਾਂ ਦੇ ਸ਼ਬਦ ਵਸਾਏ ਹੋਏ ਸੀ। ਬੇਸ਼ੱਕ ਉਹ ਮਜ਼ਾਕ ਕਰਦੇ ਸੀ ਜਾਂ ਸਾਰੇ ਮਜ਼ਾਕੀਆ ਕਿਸਮ ਦੇ ਸੀ, ਉਹਨਾਂ ਦੀ ਆਪਣੀ ਪਰਸਨੈਲਿਟੀ ਸੀ, ਪਰ ਉਹਨਾਂ ਨੇ ਆਪਣੇ ਅੰਦਰ ਸ਼ਬਦ ਵਸਾਏ ਹੋਏ ਸੀ। ਤੇ ਪਾਤਸ਼ਾਹ ਕਹਿੰਦੇ ਆ ਸੁਥਰਿਆ, ਤੂੰ ਸਾਨੂੰ ਹੀ ਪਰੇਸ਼ਾਨ ਕਰਦਾ ਹੈ ਕਿ ਤੂੰ ਬਾਦਸ਼ਾਹ ਨੂੰ ਵੀ ਕੁਝ ਕਰ ਸਕਦਾ, ਬਾਦਸ਼ਾਹ ਨੂੰ ਵੀ ਪਰੇਸ਼ਾਨ ਕਰ ਸਕਦਾ। ਤੇ ਸੁਥਰੇ ਸ਼ਾਹ ਕੀ ਕਹਿੰਦੇ ਪਾਤਸ਼ਾਹ, ਜੇ ਤੁਹਾਡੀ ਕਿਰਪਾ ਹੋ ਜਾਏ, ਜੇ ਤੁਹਾਡਾ ਹੱਥ ਮੇਰੇ ਸਿਰ ਤੇ
ਹੈਗਾ ਹੈ, ਤੇ ਮੈਂ ਤੇ ਬਾਦਸ਼ਾਹ ਨੂੰ ਵੀ ਦਿਨ 'ਚ ਤਾਰੇ ਦਿਖਾ ਦਾਂਗਾ। ਤੇ ਬਸ ਜੀ, ਇਹ ਕਹਿਣਾ ਕੀ ਸੀ, ਉਹ ਤੇ ਤੁਰ ਪਏ ਦਿੱਲੀ ਵੱਲ। ਆ ਗਏ ਜੀ ਲਾਲ ਕਿਲੇ। ਆ ਕੇ ਉੱਥੇ ਮੈਨੇ ਘਰ ਲੈ ਇੱਕ ਮਕਾਨ ਲੈ ਲਿਆ, ਚੁੱਪਚਾਪ ਮਕਾਨ ਲੈ ਲਿਆ, ਕਿਸੇ ਨੂੰ ਦੱਸਿਆ ਨਹੀਂ, ਚੋਰੀ ਚੋਰੀ ਉੱਥੇ ਰਹਿਣ ਲੱਗ ਗਏ। ਰਹਿਣ ਲੱਗ ਗਏ ਤੇ ਫਿਰ ਕੀ ਕੀਤਾ, ਇੱਕ ਮੋਚੀ ਲੱਭਿਆ, ਮੋਚੀ ਦੇ ਕੋਲ ਗਏ। ਜਦੋਂ ਮੋਚੀ ਦੇ ਕੋਲ ਗਏ ਤੇ ਮੋਚੀ ਨੂੰ ਕਹਿੰਦੇ, ਮੋਚੀ ਮੈਨੂੰ ਨਾ ਇੱਕ ਜੁੱਤੀ ਬਣਵਾਣੀ ਹੈ, ਤੇ ਬਹੁਤ ਸੁੰਦਰ ਜੁੱਤੀ ਹੋਣੀ ਚਾਹੀਦੀ ਹੈ, ਜਿਹਨੂੰ ਦੇਖ ਕੇ ਨਾ ਦਿਲ ਖੁਸ਼ ਹੋ ਜਾਏ, ਤਿੱਲੇ ਦੀ ਕਢਾਈ ਹੋਏ, ਬਹੁਤ ਸੁੰਦਰ ਦੇਖਣ ਨੂੰ ਹੋਏ। ਮੈਂ ਤੈਨੂੰ ਮੂੰਹ ਮੰਗੇ ਪੈਸੇ ਦਾਂਗਾ, ਪਰ ਜੁੱਤੀ ਦਾ ਸਾਈਜ਼ ਕੀ ਹੋਏ, ਜੁੱਤੀ ਹੋਏ 3 ਫੀਟ ਲੰਬੀ, 3 ਫੁੱਟ ਲੰਬੀ। ਮੋਚੀ ਹੈਰਾਨ, ਕਹਿੰਦੇ ਕਿਸੇ ਦਾ 1 ਫੁੱਟ ਲੰਬਾ ਪੈਰ ਨਹੀਂ ਹੁੰਦਾ, ਤੇ 3 ਫੁੱਟ ਲੰਬੀ, 3 ਫੀਟ ਲੰਬੀ ਜੁੱਤੀ ਤੁਸੀਂ ਕੀ ਕਰੋਗੇ? ਉਹ ਕਹਿੰਦੇ ਤੂੰ ਮੈਨੂੰ ਜੁੱਤੀ ਬਣਾ ਦੇ, ਮੂੰਹ ਮੰਗੇ ਪੈਸੇ ਮਿਲਾਂਗੇ ਤੈਨੂੰ, ਪਰ ਤੂੰ ਜੁੱਤੀ ਇਹੋ ਜੀ ਬਣਾ ਕਿ ਜਿਹੜਾ ਦੇਖੇ ਉਹ ਪੁੱਛੇ ਕਿ ਜੁੱਤੀ ਕਿੱਥੋਂ ਬਣਾਈ ਹੈ। ਮੋਚੀ ਨੇ ਜੁੱਤੀ ਕੁਛ ਦਿਨਾਂ 'ਚ ਤਿਆਰ ਕਰਤੀ, ਸੁੰਦਰ ਜੁੱਤੀ, ਤਿੱਲੇ ਦੀ ਕਢਾਈ ਕੀਤੀ ਹੋਈ, ਤੇ ਉਹ ਲੈ ਆਏ, ਸੁਥਰੇ ਲੈ ਆਏ। ਆ ਕੇ ਇੱਕ ਜੁੱਤੀ ਦਾ ਪੈਰ ਕੱਪੜੇ 'ਚ ਲਪੇਟ ਕੇ ਆਪਣੇ ਘਰ ਰੱਖਤਾ, ਔਰ ਦੂਜਾ ਪੈਰ ਰਾਤ ਦੇ ਹਨੇਰੇ 'ਚ ਗਏ ਔਰ ਜਾ ਕੇ ਮਸਜਿਦ ਵਿੱਚ ਰੱਖ ਆਏ, ਜਾਮਾ ਮਸਜਿਦ ਰੱਖ ਆਏ। ਜਦੋਂ ਸਵੇਰ ਦਾ ਸਮੇਂ ਹੋਇਆ, ਉੱਥੇ ਮੌਲਵੀ ਕਾਜ਼ੀ ਜਦੋਂ ਸਵੇਰ ਦੀ ਨਮਾਜ਼ ਪੜਨ ਵਾਸਤੇ ਆਏ, ਉਹ ਦੇਖਿਆ ਉਹਨਾਂ ਨੇ ਕਿ ਇੱਕ ਜੁੱਤੀ ਪਈ ਹੈ ਐਨੀ ਵੱਡੀ। ਉਹ ਕਹਿੰਦੇ ਜੀ ਇੰਨਾ ਵੱਡੇ ਕਿਸੇ ਇਨਸਾਨ ਦੀ ਤੇ ਜੁੱਤੀ ਹੋ ਨਹੀਂ ਸਕਦੀ। ਤੇ ਮੌਲਵੀ ਨੇ ਸ਼ੋਰ ਪਾਤਾ, ਕਹਿੰਦੇ ਜੀ ਇਹ ਤੇ ਅੱਲਾਹ ਤਾਲਾ ਦੀ ਜੁੱਤੀ ਹੈ, ਰਾਤੀ ਇੱਥੇ ਮਸਜਿਦ 'ਚ ਅੱਲਾਹ ਤਾਲਾ ਬੰਦਗੀ ਕਰਨ ਆਏ ਸੀ। ਸ਼ੋਰ ਮਚ ਗਿਆ, ਸ਼ੋਰ ਮਚ ਗਿਆ, ਸਾਰੀ ਦੁਨੀਆ ਨੇ ਆਣਾ ਸ਼ੁਰੂ ਕਰਤਾ। ਸਾਰੇ ਜਾਣੇ ਆਂਦੇ, ਜੁੱਤੀ ਚੁੱਕਦੇ, ਅੱਖਾਂ ਨੂੰ ਲਗਾਉਂਦੇ, ਚੁੰਮਦੇ, ਸਿਰ ਤੇ ਰੱਖਦੇ, ਉਹਨੂੰ ਮੱਥਾ ਟੇਕਦੇ, ਚਲੇ ਜਾਂਦੇ। ਸਾਰੇ ਜਗ੍ਹਾ ਗੱਲ ਫੈਲ ਗਈ। ਫੈਲਦੀ ਗੱਲ ਪਹੁੰਚੀ ਬਾਦਸ਼ਾਹ ਦੇ ਕੋਲ, ਜੋ ਰਾਜਾ ਸੀ, ਉਸ ਸਮੇਂ ਦਾ ਰਾਜਾ ਸੀ ਸ਼ਾਹਜਹਾਂ। ਸ਼ਾਹਜਹਾਂ ਦੇ ਕੋਲ ਗੱਲ ਪਹੁੰਚੀ। ਸ਼ਾਹਜਹਾਂ ਵੀ ਆਇਆ ਅੱਲਾਹ ਤਾਲਾ ਦੀ ਜੁੱਤੀ ਦੇ ਦਰਸ਼ਨ ਕਰਨ ਵਾਸਤੇ। ਜਦੋਂ ਰਾਜਾ ਆਇਆ ਤੇ ਉਹਨੇ ਵੀ ਸਜਦਾ ਕੀਤਾ, ਜੁੱਤੀ ਨੂੰ ਸਿਰ ਤੇ ਰੱਖਿਆ, ਅੱਖਾਂ ਨਾਲ ਲਗਾਇਆ, ਚੁੰਮਿਆ, ਬਹੁਤ ਉਹਨੂੰ ਮੱਥਾ ਟੇਕਿਆ, ਚਲਾ ਗਿਆ। ਏਦਾਂ ਹੀ ਰੋਜ਼ ਲੋਕੀ ਆਂਦੇ ਗਏ, ਉਹਨੂੰ ਮੱਥਾ ਟੇਕਦੇ ਗਏ ਜੁੱਤੀ ਨੂੰ। 15-20 ਦਿਨ ਇਸ ਤਰ੍ਹਾਂ ਹੀ ਨਿਕਲ ਗਏ। ਫਿਰ 15-20 ਦਿਨਾਂ ਦੇ ਬਾਅਦ ਸੁਥਰੇ ਸ਼ਾਹ ਨੇ ਕੀ ਕੀਤਾ, ਦੂਸਰੀ ਜੁੱਤੀ ਆਪਣੇ ਘਰੋਂ ਕੱਢੀ, ਇੱਕ ਸੋਟੀ ਦੇ ਉੱਤੇ ਜੁੱਤੀ ਲਗਾਈ, ਔਰ ਜੀ ਨਿਕਲ ਪਏ ਬਾਜ਼ਾਰ ਦੇ ਵਿੱਚ। ਔਰ ਜ਼ੋਰ ਦੀ ਬਾਜ਼ਾਰ ਦੇ ਵਿੱਚ ਕਹਿਣਾ ਸ਼ੁਰੂ ਕਰਤਾ, ਸੁਨੋ ਸੁਨੋ ਸੁਨੋ, ਮੇਰੀ ਇੱਕ ਜੁੱਤੀ ਗੁੰਮ ਹੋ ਗਈ ਹੈ, ਮੇਰੀ ਇੱਕ ਜੁੱਤੀ किसी ने चुरा लिती है। जो मेरी जुत्ती ਦਾ ਪਤਾ ਦੇਗਾ, ਜੋ ਮੇਰੀ ਜੁੱਤੀ ਲੱਭ ਕੇ ਦੇਗਾ, ਉਹਨੂੰ ਮੂੰਹ ਮੰਗਿਆ ਇਨਾਮ ਮਿਲੇਗਾ। ਫੇਰ ਕੀ ਸੀ, ਸਾਰਿਆਂ ਨੂੰ ਹੁਣ ਉੱਥੇ ਤੇ ਸ਼ੋਰ ਮਚਿਆ ਹੋਇਆ ਸੀ, ਉਹ ਵੀ ਇੰਨੀ ਵੱਡੀ ਜੁੱਤੀ। ਤੇ ਜੀ ਉਹ ਜੀ ਕਹਿੰਦੇ ਇਹ ਜੁੱਤੀ ਤੇ ਉੱਥੇ ਉਹਨੂੰ ਲੈ ਜਾਂਦੇ ਆ ਮਸਜਿਦ ਦੇ ਵਿੱਚ। ਉਹ ਕਹਿੰਦੇ ਇਹ ਤੇ ਜੁੱਤੀ ਮੇਰੀ ਹੈ। ਝਗੜਾ ਪੈ ਜਾਂਦਾ, ਕਹਿੰਦੇ ਜੁੱਤੀ ਇਹਦੀ ਹੈ, ਉਹਨਾਂ ਨੂੰ ਪਤਾ ਲੱਗ ਜਾਂਦਾ। ਉਹ ਲੈ ਜਾਂਦੇ ਨੇ ਰਾਜੇ ਦੇ ਅੱਗੇ, ਬਾਦਸ਼ਾਹ ਦੇ ਅੱਗੇ ਲੈ ਜਾਂਦੇ ਨੇ, ਤੇ ਬਾਦਸ਼ਾਹ ਨੂੰ ਕਹਿੰਦੇ ਜੀ ਇਹਨੇ ਦੇਖੋ ਇਹ ਮਜ਼ਾਕ ਕੀਤਾ ਸਾਡੇ ਨਾਲ। ਤੇ ਰਾਜਾ ਕਹਿੰਦਾ ਵੀ ਕੌਣ ਹੈ ਤੂੰ? ਜੀ ਮੇਰਾ ਨਾਮ ਸੁਥਰਾ ਹੈ।
ਅੱਛਾ, ਕਹਿੰਦੇ ਦੇਖੋ ਜੀ ਇਹ ਤੇ ਮੈਨੂੰ ਪਕੜ ਕੇ ਲਾਏ ਮਸਜਿਦ ਵਾਲੇ, ਇਹ ਕਹਿੰਦੇ ਨੇ ਇਹ ਜੁੱਤੀ ਇਹਨਾਂ ਦੇ ਅੱਲਾਹ ਤਾਲਾ ਦੀ ਹੈ, ਪਰ ਇਹ ਰਾਜਨ ਇਹ ਜੁੱਤੀ ਤੇ ਮੇਰੀ ਹੈ। ਰਾਜਾ ਕਹਿੰਦਾ ਜੇ ਇਹ ਜੁੱਤੀ ਤੇਰੀ ਹੈ ਤੇ ਸਾਨੂੰ ਪ੍ਰੂਫ ਚਾਹੀਦਾ। ਕਹਿੰਦਾ ਤੁਸੀਂ ਉਹ ਮੋਚੀ ਨੂੰ ਬੁਲਾਓ ਜਿਹਦੇ ਕੋਲ ਮੈਂ ਜੁੱਤੀ ਬਣਵਾਈ ਸੀ। ਮੋਚੀ ਨੂੰ ਬੁਲਾਇਆ ਜਾਂਦਾ। ਉਹ ਕਹਿੰਦੇ ਆ ਹਾਂ ਰਾਜਨ, ਜੁੱਤੀ ਇਹਨੇ ਬਣਵਾਈ ਸੀ, ਮੂੰਹ ਮੰਗੇ ਮੈਨੂੰ ਪੈਸੇ ਮਿਲੇ, ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿਉਂਕਿ ਇੰਨੀ ਵੱਡੀ ਜੁੱਤੀ ਤੇ ਹੋਰ ਕੋਈ ਬਣਵਾਉਂਦਾ ਨਹੀਂ, ਔਰ ਇਹਨਾਂ ਨੇ ਮੈਨੂੰ ਮੂੰਹ ਮੰਗੇ ਪੈਸੇ ਵੀ ਦਿੱਤੇ, ਤੇ ਮੈਨੂੰ ਕੀ ਫਰਕ ਪੈਂਦਾ ਮੈਂ ਜੁੱਤੀ ਛੋਟੀ ਬਣਾਵਾਂ ਵੱਡੀ ਬਣਾਵਾਂ, ਮੈਨੂੰ ਤੇ ਆਪਣੀ ਮਜ਼ਦੂਰੀ ਦੇ ਨਾਲ ਮਜ਼ਦੂਰੀ ਦਾ ਲਾਲਚ ਸੀ ਤੇ ਮੈਨੂੰ ਮੂੰਹ ਮੰਗੇ ਪੈਸੇ ਮਿਲੇ, ਮੈਂ ਬਣਾਤੀ। ਰਾਜਾ ਕਹਿੰਦਾ ਅੱਛਾ ਠੀਕ ਹੈ ਵੀ ਤੂੰ ਠੀਕ ਕਹਿਣਾ ਸੁਥਰੇ, ਇਹ ਤੇਰੀ ਜੁੱਤੀ ਹੈ ਤੇ ਅਸੀਂ ਤੈਨੂੰ ਛੱਡ ਦਿੰਨੇ ਆ। ਜਦੋਂ ਕਹਿੰਦੇ ਪਰ ਉਹ ਰਾਜਾ ਸੀ, ਰਾਜਾ ਵੀ ਐਵੇਂ ਮਤਲਬ ਹੁਣ ਸਭ ਦਾ ਨਿਆਂ ਕਰਦੇ ਨੇ, ਰਾਜਾ ਵੀ ਐਵੇਂ ਨਹੀਂ ਹੁੰਦੇ। ਰਾਜਾ ਕਹਿੰਦੇ ਸੁਥਰੇ ਅਸੀਂ ਤੇਰੀ ਗੱਲ ਮੰਨ ਲੈਂਦੇ ਆ ਕਿ ਜੁੱਤੀ ਤੇਰੀ ਹੈ, ਪਰ ਅਸੀਂ ਤਾਂ ਹੀ ਤੈਨੂੰ ਛੱਡਾਂਗੇ ਜੇ ਤੂੰ ਸਾਨੂੰ ਇਹ ਪਾ ਕੇ ਦਿਖਾਏਗਾ ਔਰ ਇਹ ਜੁੱਤੀ ਤੈਨੂੰ ਫਿੱਟ ਆ ਜਾਂਦੀ ਹੈ ਤੇ ਤਾਂ ਹੀ ਅਸੀਂ ਤੈਨੂੰ ਮੰਨਾਂਗੇ ਕਿ ਜੁੱਤੀ ਤੇਰੀ ਹੈ। ਹੁਣ ਤੇ ਸੁਥਰੇ ਸ਼ਾਹ ਜੀ ਸੋਚਾਂ ਚ ਪੈ ਜਾਂਦੇ ਨੇ, ਕਹਿੰਦੇ ਨੇ ਹੁਣ ਕੀ ਕਰੀਏ। ਫਿਰ ਉਹ ਧੰਨ ਆਪਣੇ ਪਾਤਸ਼ਾਹ ਨੂੰ ਯਾਦ ਕਰਦੇ ਨੇ, ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਦੇ ਨੇ, ਆਪਣਾ ਚਿੱਤ ਜੋੜਦੇ ਨੇ ਉਹਨਾਂ ਦੇ ਚਰਨਾਂ ਦੇ ਵਿੱਚ, ਅਰਦਾਸ ਕਰਦੇ ਨੇ ਅੱਖਾਂ ਬੰਦ ਕਰਕੇ। ਤੇ ਕੀ ਅਰਦਾਸ ਕੀ ਕਰਦੇ ਨੇ? ਕਹਿੰਦੇ ਨੇ ਪਾਤਸ਼ਾਹ ਮੇਰਾ ਤੇ ਬਸ ਇੰਨਾ ਹੀ ਕੰਮ ਸੀ, ਹੁਣ ਅੱਗੇ ਦਾ ਕੰਮ ਤੇ ਤੁਹਾਡਾ ਹੈ। ਹੁਣ ਦੇਖੋ ਅਸੀਂ ਕਹਿੰਦੇ ਆ ਕਿ ਅਰਦਾਸ ਐਦਾਂ ਕਰਨੀ ਚਾਹੀਦੀ ਹੈ, ਪਰ ਜਦੋਂ ਮਨ ਜੁੜਿਆ ਹੋਵੇ ਪਰਮਾਤਮਾ ਦੇ ਚਰਨਾਂ ਦੇ ਨਾਲ, ਪਰਮਾਤਮਾ ਦੇ ਨਾਲ ਜਦੋਂ ਮਨ ਜੁੜਿਆ ਹੁੰਦਾ ਹੈ, ਫਿਰ ਅਰਦਾਸ ਕਿਸੇ ਸ਼ਬਦਾਂ ਦੀ ਮੁਹਤਾਜ ਨਹੀਂ ਹੁੰਦੀ। ਫਿਰ ਤੇ ਭੋਲੇ ਭਾਵ ਜਿਹੜਾ ਵੀ ਅਰਦਾਸ ਕੀਤੀ ਜਾਏ ਉਹੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੀ ਹੈ ਪਾਤਸ਼ਾਹ ਦੇ ਅੱਗੇ। ਤੇ ਸੁਥਰੇ ਸ਼ਾਹ ਕੀ ਕਹਿੰਦੇ ਨੇ? ਕਹਿੰਦੇ ਪਾਤਸ਼ਾਹ ਮੇਰਾ ਤੇ ਬਸ ਇੰਨਾ ਹੀ ਕੰਮ ਸੀ, ਅੱਗੇ ਦਾ ਕੰਮ ਤੇ ਹੁਣ ਤੁਹਾਡਾ ਹੈ, ਹੁਣ ਤੁਸੀਂ ਸੰਭਾਲੋ, ਮੇਰੀ ਲਾਜ ਰੱਖੋ ਪਾਤਸ਼ਾਹ। ਇਹ ਅਰਦਾਸ ਕਰਕੇ ਸੁਥਰੇ ਸ਼ਾਹ ਜਿਸ ਤਰ੍ਹਾਂ ਹੀ ਚਰਨ ਆਪਣੇ ਜੁੱਤੀ ਚ ਪਾਉਂਦੇ ਨੇ ਤੇ ਜੁੱਤੀ ਪੂਰੀ ਫਿੱਟ ਆ ਜਾਂਦੀ ਹੈ। ਤੇ ਬਾਦਸ਼ਾਹ ਕਹਿੰਦਾ ਠੀਕ ਹੈ ਇਹ ਤੇਰੀ ਜੁੱਤੀ ਹੈ, ਤੁਸੀਂ ਜਾਓ। ਤੇ ਸੁਥਰੇ ਸ਼ਾਹ ਕੀ ਕਹਿੰਦੇ ਨੇ ਜਦੋਂ ਬਾਹਰ ਨਿਕਲਦੇ ਨੇ ਨਾ, ਕਹਿੰਦੇ ਨੇ ਮਜ਼ਾ ਨਹੀਂ ਆਇਆ, ਕੁਝ ਹੋਰ ਕਰਨਾ ਪਏਗਾ। ਰਾਜਾ ਨੂੰ ਤਾਰੇ ਨਹੀਂ ਦਿਖੇ ਦਿਨ ਚ, ਮੈਂ ਤੇ ਪਾਤਸ਼ਾਹ ਨੂੰ ਕਹਿ ਕੇ ਆਇਆ ਸੀ ਕਿ ਮੈਂ ਤੇ ਦਿਨੇ ਤਾਰੇ ਦਿਖਾ ਦਾਂਗਾ, ਮਜ਼ਾ ਨਹੀਂ ਆਇਆ। ਫਿਰ ਥੋੜੇ ਦਿਨ ਹੋਰ ਨਿਕਲ ਜਾਂਦੇ ਨੇ, ਫਿਰ ਉਹ ਕੀ ਕਰਦੇ ਨੇ, ਇੱਕ ਦਿਨ ਲੋਟਾ ਲੈ ਕੇ ਫਿਰ ਮਸਜਿਦ ਚ ਪਹੁੰਚ ਜਾਂਦੇ ਨੇ। ਤੇ ਉਦੋਂ ਜਾਂਦੇ ਨੇ ਜਦੋਂ ਮੌਲਵੀ ਦੇ ਆਉਣ ਦਾ ਟਾਈਮ ਹੋਵੇ, ਤੇ ਜਾ ਕੇ ਉੱਥੇ ਫਿਰ ਸ਼ੋਰ ਪਾ ਦਿੰਦੇ ਨੇ, ਕਹਿੰਦੇ ਮੈਨੂੰ ਤੇ ਜੰਗਲ ਪਾਣੀ ਕਰਨਾ। ਸਾਰੇ ਇੰਨੇ ਹੈਰਾਨ ਹੋ ਜਾਂਦੇ, ਕਹਿੰਦੇ ਸਾਡੀ ਇੰਨੀ ਪਵਿੱਤਰ ਜਗ੍ਹਾ ਔਰ ਇਹ ਇਹੋ ਜਿਹਾ ਇਹ ਮਨੁੱਖ ਆਇਆ ਕਿ ਸਾਡੀ ਪਵਿੱਤਰ ਜਗ੍ਹਾ ਨੂੰ ਨਾਪਾਕ ਕਰ ਰਿਹਾ। ਪਕੜ ਲੈਂਦੇ ਉਹਨੂੰ, ਕਹਿੰਦੇ ਤੂੰ ਪਹਿਲਾਂ ਵੀ ਸਾਡੇ ਨਾਲ ਮਜ਼ਾਕ ਕੀਤਾ ਸੀ ਔਰ ਹੁਣ ਤੂੰ ਸਾਡੀ ਪਵਿੱਤਰ ਜਗ੍ਹਾ ਨੂੰ ਨਾਪਾਕ ਕਰ ਰਿਹਾ, ਤੂੰ ਤੇ ਕਾਫਿਰ ਆ, ਤੈਨੂੰ ਤੇ ਸਜ਼ਾ ਮਿਲਣੀ ਚਾਹੀਦੀ ਆ। ਕਾਜ਼ੀ ਬੁਲਾਉਂਦੇ ਨੇ, ਸਜ਼ਾ ਜੀ ਉਹਨੂੰ ਮੌਤ ਦੀ ਸਜ਼ਾ ਸੁਣਾ ਦਿੰਦੇ ਨੇ। ਜਦੋਂ ਮੌਤ ਦੀ ਸਜ਼ਾ ਸੁਣਾ ਦਿੰਦੇ ਨੇ ਤੇ ਦਿਨ ਮੁਕਰਰ ਹੁੰਦਾ, ਕਹਿੰਦੇ ਜੀ ਇਹਨੂੰ ਇਹ ਫਿਰ ਹੋਰ ਤੰਗ ਕਰੇਗਾ, ਇਹਨੂੰ ਜਲਦੀ ਤੋਂ ਜਲਦੀ ਮੌਤ ਦੀ ਸਜ਼ਾ ਦਿੱਤੀ ਜਾਏ। ਤੇ ਜਿਸ ਦਿਨ ਉਹਨੂੰ ਫਾਂਸੀ ਲੱਗਣੀ ਹੁੰਦੀ ਹੈ, ਪੁੱਛਦੇ ਨੇ, ਕਹਿੰਦੇ ਨੇ ਅੱਛਾ ਤੂੰ ਦੱਸ ਤੇਰੀ ਆਖਰੀ ਇੱਛਾ ਕੀ ਹੈ? ਤੇ ਉਹ ਕਹਿੰਦੇ ਮੇਰੀ ਆਖਰੀ ਇੱਛਾ ਹੈ ਕਿ ਮੈਨੂੰ ਬਾਦਸ਼ਾਹ ਕੋਲੋਂ 2-3 ਸਵਾਲ ਪੁੱਛਣੇ ਨੇ।
ਫਿਰ ਬੇਸ਼ੱਕ ਤੁਸੀਂ ਮੈਨੂੰ ਫਾਂਸੀ ਦੇ ਦਿਓ। ਕਹਿੰਦੇ ਠੀਕ ਹੈ। ਉਹ ਬਾਦਸ਼ਾਹ ਦੇ ਕੋਲ ਲੈ ਕੇ ਜਾਂਦੇ, ਕਹਿੰਦੇ ਬਾਦਸ਼ਾਹ ਇਹਨੇ ਪਹਿਲੇ ਵੀ ਸਾਡੇ ਨਾਲ ਮਜ਼ਾਕ ਕੀਤਾ ਸੀ ਔਰ ਹੁਣ ਤੇ ਹੱਦ ਹੀ ਮੁਕਾ ਦਿੱਤੀ, ਇਹ ਮਸਜਿਦ ਨਾਪਾਕ ਕਰਨ ਆ ਗਿਆ ਹੈ ਤੇ ਇਹਨੂੰ ਫਾਂਸੀ ਦੀ ਸਜ਼ਾ ਕਾਜ਼ੀ ਨੇ ਸੁਣਾਈ ਹੈ, ਪਰ ਇਹਦੀ ਆਖਰੀ ਇੱਛਾ ਸੀ ਇਹ ਤੁਹਾਡੇ ਨਾਲ ਮਿਲਣਾ ਚਾਹੁੰਦਾ, ਤੁਹਾਨੂੰ ਕੁਝ ਪੁੱਛਣਾ ਚਾਹੁੰਦਾ। ਤੇ ਬਾਦਸ਼ਾਹ ਕਹਿੰਦਾ ਦੱਸੋ, ਪੁੱਛੋ ਤੂੰ ਕੀ ਪੁੱਛਣਾ ਚਾਹੁੰਦਾ। ਤੇ ਕਹਿੰਦਾ ਬਾਦਸ਼ਾਹ ਸਲਾਮਤ, ਤੁਸੀਂ ਇੱਕ ਗੱਲ ਮੈਨੂੰ ਦੱਸੋ, ਅਗਰ ਤੁਹਾਡੀ ਮਸਜਿਦ ਦੀ ਇੱਕ ਦੀਵਾਰ ਗਿਰ ਜਾਏ ਤੇ ਤੁਸੀਂ ਕੀ ਕਰੋਗੇ। ਕਹਿੰਦੇ ਜੇ ਦੀਵਾਰ ਗਿਰ ਜਾਏ ਤੇ ਅਸੀਂ ਉਹਨੂੰ ਦੀਵਾਰ ਬਣਾ ਲਾਂਗੇ। ਕਹਿੰਦੇ ਜੇ ਫੇਰ ਗਿਰ ਜਾਏ, ਕਹਿੰਦੇ ਫੇਰ ਗਿਰ ਜਾਏ ਅਸੀਂ ਫੇਰ ਬਣਾ ਲਾਂਗੇ। ਬਾਦਸ਼ਾਹ ਅਗਰ ਫੇਰ ਗਿਰ ਜਾਏ, ਕਹਿੰਦੇ ਅਸੀਂ ਫੇਰ ਬਣਾ ਲਾਂਗੇ। ਕਹਿੰਦੇ ਅੱਛਾ ਜੇ ਦੀਵਾਰ ਦੇ ਨਾਲ ਛੱਤ ਵੀ ਗਿਰ ਜਾਏ। ਬਾਦਸ਼ਾਹ ਥੋੜਾ ਇਰੀਟੇਟ ਹੋ ਜਾਂਦਾ, ਕਹਿੰਦਾ ਜੇ ਉਹਦੇ ਨਾਲ ਛੱਤ ਵੀ ਗਿਰ ਜਾਏ ਤੇ ਅਸੀਂ ਨਵੀਂ ਮਸਜਿਦ ਬਣਾ ਲਾਂਗੇ। ਉਹ ਕਹਿੰਦਾ ਬਾਦਸ਼ਾਹ ਪੱਕਾ ਨਾ ਤੁਸੀਂ ਨਵੀਂ ਮਸਜਿਦ ਬਣਾ ਲੋਗੇ। ਬਾਦਸ਼ਾਹ ਕਹਿੰਦਾ ਹਾਂ, ਜੇ ਦੀਵਾਰ ਵੀ ਗਿਰ ਜਾਏ ਛੱਤ ਵੀ ਗਿਰ ਜਾਏ ਤੇ ਅਸੀਂ ਨਵੀਂ ਮਸਜਿਦ ਬਣਾ ਲਾਂਗੇ। ਫਿਰ ਉਹ ਕਹਿੰਦਾ ਬਾਦਸ਼ਾਹ ਜੇ ਮਸਜਿਦ ਦੀਵਾਰ ਗਿਰ ਜਾਏ ਨਵੀਂ ਦੀਵਾਰ ਬਣ ਜਾਏਗੀ, ਜੇ ਛੱਤ ਗਿਰ ਜਾਏ ਤੁਸੀਂ ਨਵੀਂ ਮਸਜਿਦ ਬਣਾ ਲੋਗੇ, ਤੇ ਬਾਦਸ਼ਾਹ ਮੈਂ ਇੰਨਾ ਸੋਹਣਾ ਇੰਨਾ ਹੱਟਾ ਕੱਟਾ ਜੇ ਮੈਂ ਮਰ ਜਾਵਾਂਗਾ ਤੇ ਤੁਸੀਂ ਮੈਨੂੰ ਜਿੰਦਾ ਕਰ ਲੋਗੇ। ਬਾਦਸ਼ਾਹ ਹੈਰਾਨ ਹੋ ਜਾਂਦਾ, ਕਹਿੰਦਾ ਇੱਕ ਵਾਰੀ ਜੋ ਆਦਮੀ ਮਰ ਜਾਂਦਾ ਹੈ ਉਹਨੂੰ ਤੇ ਜ਼ਿੰਦਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਕਹਿੰਦਾ ਬਾਦਸ਼ਾਹ ਮੈਂ ਇਹੀ ਤੇ ਕਹਿ ਰਿਹਾ ਕਿ ਮਸਜਿਦ ਤੁਸੀਂ ਨਵੀਂ ਬਣਾ ਲੋਗੇ, ਦੀਵਾਰਾਂ ਨਵੀਆਂ ਬਣਾ ਲੋਗੇ, ਪਰ ਅਗਰ ਮੈਂ ਇੰਨਾ ਹੱਟਾ ਕੱਟਾ ਬੰਦਾ ਅਗਰ ਮੈਂ ਮਰ ਗਿਆ ਤੇ ਤੁਸੀਂ ਮੈਨੂੰ ਜਿੰਦਾ ਕਿੱਦਾਂ ਕਰੋਗੇ। ਮੈਂ ਕਬੂਲ ਕਰ ਰਿਹਾ ਕਿ ਮੈਂ ਕੀਤਾ, ਔਰ ਮੈਂ ਇਹ ਵੀ ਕਬੂਲ ਕਰਦਾ ਕਿ ਮੈਂ ਤੇ ਤੁਹਾਡੀ ਮਸਜਿਦ 10 ਵਾਰੀ ਧੋ ਕੇ ਸਾਫ਼ ਕਰ ਦਾਂਗਾ, ਪਰ ਅਗਰ ਮੈਂ ਮਰ ਗਿਆ ਤੇ ਮੈਨੂੰ ਤੁਸੀਂ ਜਿੰਦਾ ਕਿੱਦਾਂ ਕਰੋਗੇ। ਤੇ ਇਹ ਵੀ ਦੇਖੋ ਖੇਡ ਹੁੰਦੀ ਹੈ ਪਾਤਸ਼ਾਹ ਦੀ, ਜਿਸ ਦਾ ਸਾਹਿਬ ਡਾਡਾ ਹੋਏ ਤਿਸਨੂੰ ਮਾਰ ਨਾ ਸਕੇ ਕੋਈ। ਪਾਤਸ਼ਾਹ ਦਾ ਕਲਾ ਵਰਤਦੀ ਹੈ, ਬਾਦਸ਼ਾਹ ਦੇ ਮਨ 'ਚ ਰਹਿਮ ਆ ਜਾਂਦਾ। ਕਹਿੰਦਾ ਤੂੰ ਗੱਲਾਂ ਤੇ ਤੂੰ ਬੜੀਆਂ ਸਿਆਣੀਆਂ ਕਰਦਾ ਕਿ ਅਗਰ ਬੰਦਾ ਮਰ ਜਾਏ ਤੇ ਕਿੱਥੋਂ ਅਸੀਂ ਜਿੰਦਾ ਕਰਾਂਗੇ। ਕਹਿੰਦੇ ਠੀਕ ਹੈ ਅਸੀਂ ਤੂੰ ਜਾ। ਤੇ ਜਦੋਂ ਜਾਣ ਲੱਗਦਾ ਨਾ ਤੇ ਬਾਦਸ਼ਾਹ ਕਹਿੰਦੇ ਆ ਕਿ ਗੱਲ ਸੁਣ ਸੁਥਰਿਆ। ਕਹਿੰਦੇ ਹਾਂਜੀ। ਕਹਿੰਦੇ ਤੂੰ ਗੱਲਾਂ ਤੇ ਬੜੀਆਂ ਅੱਛੀਆਂ ਕਰਦਾ ਹੈ ਤੇ ਤੂੰ ਮੈਂ ਤੈਨੂੰ ਕੁਝ ਦੇਣਾ ਚਾਹਨਾ। ਕਹਿੰਦੇ ਰਾਜਨ ਮੇਰੇ ਗੁਰੂ ਨੇ ਮੈਨੂੰ ਸਭ ਕੁਝ ਦਿੱਤਾ ਹੋਇਆ ਹੈ, ਮੇਰੇ ਗੁਰੂ ਨੇ ਮੈਨੂੰ ਬਹੁਤ ਮਾਲਾ ਮਾਲ ਕੀਤਾ ਹੋਇਆ। ਤੇ ਰਾਜਾ ਕਹਿੰਦਾ ਨਹੀਂ ਮੈਂ ਤੈਨੂੰ ਤਾਂ ਵੀ ਕੁਝ ਦੇਣਾ ਚਾਹਨਾ। ਕਹਿੰਦਾ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ, ਹਾਂ ਸਿੱਖ ਕਿਸੇ ਕੋ ਕੁਝ ਨਹੀਂ ਲੈਂਦਾ। ਉਹ ਕਹਿੰਦੇ ਨਹੀਂ ਮੇਰਾ ਦਿਲ ਕਰਦਾ ਮੈਂ ਤੈਨੂੰ ਕੁਝ ਦਵਾਂ। ਕਹਿੰਦਾ ਨਹੀਂ ਲੈਣਾ। ਬਾਦਸ਼ਾਹ ਕਹਿੰਦਾ ਮੈਂ ਲੈਣਾ। ਕਹਿੰਦਾ ਅੱਛਾ ਠੀਕ ਹੈ, ਜੋ ਮੈਂ ਮੰਗਾਂਗਾ ਤੁਸੀਂ ਮੈਨੂੰ ਉਹੀ ਦਓਗੇ। ਕਹਿੰਦੇ ਹਾਂ ਦਵਾਂਗਾ। ਕਹਿੰਦੇ ਪੱਕਾ ਜੋ ਮੈਂ ਕਰਨਾ ਹੈ ਮੈਂ ਦਓਗੇ ਤੁਸੀਂ। ਹਾਂ ਦਵਾਂਗਾ। ਕਹਿੰਦੇ ਠੀਕ ਹੈ ਤੁਸੀਂ ਮੈਨੂੰ ਇੱਕ ਫਿਰ ਸ਼ਾਹੀ ਪੱਤਰੀ ਤੇ ਸਰਕਾਰੀ ਪੱਤਰ ਤੇ ਤੁਸੀਂ ਮੈਨੂੰ ਲਿਖ ਕੇ ਦੇ ਦਿਓ ਕਿ ਜੋ ਵੀ ਇੱਥੋਂ ਦਾ ਹਕੀਮ ਵੈਦ ਹੈ ਉਹ ਮੈਨੂੰ 1 ਪੈਸਾ ਦੇਗਾ। ਬਾਦਸ਼ਾਹ ਕਹਿੰਦਾ ਲੈ ਇਹ ਕਿਹੜੀ ਵੱਡੀ ਗੱਲ ਹੈ। ਉਹ ਆਪਣੇ ਦੀਵਾਨ ਨੂੰ ਕਹਿੰਦਾ ਬਾਦਸ਼ਾਹ ਕਿ ਚਲੋ ਇਹਨੂੰ ਲਿਖ ਕੇ ਦੇ ਦੋ, ਸ਼ਾਹੀ ਪੱਤਰ ਤੇ ਲਿਖ ਕੇ ਦੇ ਦੋ ਤੇ ਮੋਹਰ ਲਗਾ ਕੇ ਦੇ ਦੋ ਕਿ ਹਰ ਇੱਕ ਵੈਦ ਹਰ ਇੱਕ ਹਕੀਮ ਇਹਨੂੰ 1 ਪੈਸਾ ਦੇਗਾ। ਉਸ ਸਮੇਂ ਦਾ 1 ਪੈਸਾ ਮੀਨਸ ਅੱਜ ਦਾ 1000 ਰੁਪਏ। ਉਹ ਜਿੱਦਾਂ ਉਹ ਕਹਿੰਦੇ ਜੀ ਰਾਜਾ ਕਹਿ ਦਿੰਦਾ ਤੇ ਉਹ ਦੀਵਾਨ ਲਿਖਣਾ ਸ਼ੁਰੂ ਕਰ ਦਿੰਦਾ। ਜਦੋਂ ਚਿੱਠੀ ਲਿਖ ਰਿਹਾ ਹੁੰਦਾ, ਸ਼ਾਹੀ ਪੱਤਰੀ ਜਦੋਂ ਲਿਖ ਰਿਹਾ ਹੁੰਦਾ ਤੇ ਸੁਥਰੇ ਸ਼ਾਹ ਲਾਗੇ ਬੈਠੇ ਬੈਠੇ ਆਪਣਾ ਪੇਟ ਦਬਾਈ ਜਾਂਦੇ ਨੇ। ਕਹਿੰਦੇ
ਅੱਜ ਸਵੇਰ ਤੋਂ ਮੇਰੇ ਪੇਟ 'ਚ ਕੁਝ ਦਰਦ ਜਿਹੀ ਹੋ ਰਹੀ ਹੈ। ਉਹ ਪੱਤਰੀ ਲਿਖ ਰਿਹਾ ਦੀਵਾਨ, ਫੇਰ ਕਹਿੰਦਾ ਅੱਜ ਮੇਰੇ ਸਵੇਰ ਤੋਂ ਪੇਟ 'ਚ ਕੁਝ ਦਰਦ ਜੀ ਹੋ ਰਹੀ ਹੈ। ਤੇ ਉਹ ਕਹਿੰਦੇ ਨੇ ਅੱਛਾ ਦਰਦ ਹੋ ਰਹੀ ਹੈ ਪੇਟ 'ਚ, ਤੇ ਫਿਰ ਤੁਸੀਂ ਏਦਾਂ ਕਰੋ, ਤੁਸੀਂ ਨਾ ਜਵੈਨ ਖਾ ਲਓ। ਕਹਿੰਦਾ ਲਿਆਓ ਇੱਕ ਪੈਸਾ। ਕਹਿੰਦੇ ਕਿਸ ਗੱਲ ਦਾ ਪੈਸਾ? ਕਹਿੰਦੇ ਤੁਸੀਂ ਮੈਨੂੰ ਦਵਾਈ ਦੱਸੀ ਹੈ ਕਿ ਜਵੈਨ ਖਾ ਲਓ, ਤੇ ਤੁਸੀਂ ਲਿਆਓ ਇੱਕ ਪੈਸਾ। ਕਹਿੰਦੇ ਮੈਂ ਤੇ ਵੈਦ ਨਹੀਂ ਆ, ਮੈਂ ਤੇ ਦੀਵਾਨ ਹੈ। ਕਹਿੰਦੇ ਜੇ ਤੁਸੀਂ ਵੈਦ ਨਹੀਂ ਹੋ ਤੇ ਫਿਰ ਤੁਸੀਂ ਮੈਨੂੰ ਦਵਾਈ ਕਿਉਂ ਦੱਸੀ? ਤੁਸੀਂ ਮੈਨੂੰ ਦਵਾਈ ਦੱਸੀ ਹੈ ਤੇ ਤੁਸੀਂ ਵੈਦ ਹੋ, ਹੁਣ ਲਿਆਓ ਇੱਕ ਪੈਸਾ। ਦੇਖੋ ਸ਼ਾਹੀ ਪੱਤਰ ਮੇਰੇ ਕੋਲ ਹੈਗਾ, ਕਿਉਂਕਿ ਉੱਥੇ ਹੁੰਦਾ ਕਿ ਬਾਦਸ਼ਾਹ ਦਾ ਹੁਕਮ ਹੈ ਕਿ ਹਰ ਇੱਕ ਵੈਦ, ਹਰ ਇੱਕ ਹਕੀਮ ਇਹਨੂੰ ਇੱਕ ਪੈਸਾ ਦੇਗਾ। ਉਹ ਤੇ ਆਪਣੀ ਗੱਲ ਤੇ ਅੜ ਜਾਂਦੇ। ਕਹਿੰਦੇ ਤੁਸੀਂ ਹੁਣ ਸ਼ਾਹੀ ਉਲੰਘਣ ਕਰ ਰਹੇ ਹੋ, ਸ਼ਾਹੀ ਪੱਤਰੀ ਦਾ ਉਲੰਘਣ ਕਰ ਰਹੇ ਹੋ, ਤੁਹਾਨੂੰ ਤੇ ਇੱਕ ਪੈਸਾ ਦੇਣਾ ਪਏਗਾ। ਉਹ ਕਿਸੇ ਤਰ੍ਹਾਂ ਆਪਣੇ ਜੇਬ ਚੋਂ ਪੈਸਾ ਕੱਢ ਕੇ ਉਹਨੂੰ ਦੇ ਦਿੰਦੇ ਨੇ ਤੇ ਆਪਣਾ ਪਿੱਛਾ ਛੁਡਾਉਂਦੇ ਨੇ। ਪੱਤਰੀ ਲੈ ਕੇ ਬਾਹਰ ਚਲੇ ਜਾਂਦੇ ਨੇ। ਜਦੋਂ ਬਾਹਰ ਚਲੇ ਜਾਂਦੇ ਨੇ ਤੇ ਉੱਥੇ ਫਿਰ ਕੀ ਹੁੰਦਾ, ਉੱਥੇ ਇੱਕ ਹੋਰ ਕੋਈ ਨਾ ਕੋਈ ਤਾਂ ਬਾਹਰ ਮਿਲੇਗਾ। ਬਾਹਰ ਜਾ ਕੇ ਕਹਿੰਦੇ ਨੇ ਅੱਜ ਨਾ ਮੇਰੇ ਗੋਡੇ 'ਚ ਬੜੀ ਦਰਦ ਹੋ ਰਹੀ ਹੈ। ਉਹ ਕਹਿੰਦੇ ਅੱਛਾ ਗੋਡੇ 'ਚ ਦਰਦ ਹੋ ਰਹੀ ਹੈ, ਤੇ ਤੁਸੀਂ ਏਦਾਂ ਕਰੋ ਅਤੇ ਸੇਕ ਕਰਕੇ ਗਰਮ ਪੱਟੀ ਬੰਨ ਲਓ। ਕਹਿੰਦੇ ਜੀ ਤੁਸੀਂ ਵੈਦ ਹੋ? ਕਹਿੰਦੇ ਨਹੀਂ। ਕਹਿੰਦੇ ਜੇ ਵੈਦ ਨਹੀਂ ਹੋ ਤੇ ਫਿਰ ਤੁਸੀਂ ਦਵਾਈ ਕਿਉਂ ਦੱਸ ਰਹੇ ਹੋ? ਵੈਦ ਹੋ, ਤੁਸੀਂ ਮੈਨੂੰ ਦਵਾਈ ਦੱਸੀ, ਹੁਣ ਤੁਸੀਂ ਮੈਨੂੰ ਇੱਕ ਪੈਸਾ ਦੋਗੇ। ਏਦਾਂ ਕਰਦੇ ਕਰਦੇ ਹੁਣ ਸੰਗਤ ਜੀ ਇੱਥੇ ਵੀ ਅਸੀਂ ਕਿਸੇ ਨੂੰ ਕੁਝ ਕਹਿ ਦਈਏ ਨਾ, ਸਾਨੂੰ ਏਦਾਂ ਹੁੰਦਾ ਸਾਨੂੰ 10 ਨੁਸਖੇ ਮਿਲ ਜਾਂਦੇ ਨੇ, ਤੁਸੀਂ ਇਹ ਖਾ ਲਓ, ਤੁਸੀਂ ਉਹ ਕਰ ਲਓ, ਤੁਸੀਂ ਉਹ ਕਰ ਲਓ। ਕੀ ਹੁੰਦਾ ਹੈ ਕਿ ਹਰ ਇੱਕ ਨੂੰ ਪਕੜ ਲੈਂਦੇ ਨੇ, ਕੋਈ ਨਾ ਕੋਈ ਨੁਸਖਾ ਦੱਸਦਾ, ਕੋਈ ਉਹਨੂੰ ਕਹਿੰਦੇ ਨੇ ਜੀ ਇੱਕ ਪੈਸਾ ਕੱਢੋ, ਆ ਦੇਖੋ ਮੇਰੇ ਕੋਲ ਸ਼ਾਹੀ ਪੱਤਰ ਹੈ। ਸਾਰੇ ਜਾਣੇ ਬੜੇ ਤੰਗ ਆ ਜਾਂਦੇ ਨੇ। ਤੰਗ ਆ ਜਾਂਦੇ ਨੇ ਤੇ ਫਿਰ ਬਾਦਸ਼ਾਹ ਕੋ ਪਹੁੰਚਦੇ ਨੇ। ਕਹਿੰਦੇ ਬਾਦਸ਼ਾਹ ਇਹਨਾਂ ਨੇ ਤੇ ਸਾਨੂੰ ਤੰਗ ਕਰਤਾ। ਬਾਦਸ਼ਾਹ ਬੁਲਾਉਂਦੇ ਨੇ, ਕਹਿੰਦੇ ਕਿਉਂ ਬਈ ਇਹ ਤੁਸੀਂ ਕਿਉਂ ਕੀਤਾ? ਕਹਿੰਦੇ ਬਾਦਸ਼ਾਹ ਤੁਸੀਂ ਮੈਨੂੰ ਲਿਖ ਕੇ ਦਿੱਤਾ ਸੀ, ਸਭ ਦਵਾਈਆਂ ਦੱਸਦੇ ਨੇ, ਪਰ ਕਹਿੰਦੇ ਬਾਦਸ਼ਾਹ ਕਹਿੰਦਾ ਅਗਰ ਦਵਾਈਆਂ ਦੱਸਦੇ ਪਰ ਇਹ ਵੈਦ ਨਹੀਂ ਹੈ, ਤੁਸੀਂ ਵੈਦ ਕੋ ਲੈ ਸਕਦੇ ਹੋ। ਕਹਿੰਦੇ ਬਾਦਸ਼ਾਹ ਅਗਰ ਇਹ ਵੈਦ ਨਹੀਂ ਹੈ, ਦਵਾਈਆਂ ਦੱਸਦੇ ਨੇ, ਤੇ ਇਹਦਾ ਮਤਲਬ ਇਹ ਦੂਸਰਿਆਂ ਦੀ ਜਾਨ ਦੇ ਨਾਲ ਖੇਡ ਰਹੇ ਨੇ। ਇਹ ਦੂਸਰਿਆਂ ਦੀ ਜਾਨ ਲੈ ਲੈਣਗੇ ਤੇ ਫਿਰ ਉਹ ਬੰਦਾ ਜਿੰਦਾ ਕਿੱਦਾਂ ਹੋਏਗਾ ਅਗਰ ਇਹਨਾਂ ਦੀ ਦਵਾਈ ਦੇ ਨਾਲ ਕੋਈ ਮਰ ਗਿਆ। ਬਾਦਸ਼ਾਹ ਕਹਿੰਦੇ ਗੱਲਾਂ ਤੇ ਤੂੰ ਬੜੀਆਂ ਸਿਆਣੀਆਂ ਕਰਦਾ, ਦਵਾਈ ਕਿਸੇ ਨੂੰ ਦੇਣੀ ਨਹੀਂ ਚਾਹੀਦੀ। ਤੇ ਕਹਿੰਦੇ ਕਿ ਫਿਰ ਬਾਦਸ਼ਾਹ ਕਹਿੰਦੇ ਠੀਕ ਹੈ, ਉਹ ਗੱਲ ਅਲੱਗ ਹੈ, ਪਰ ਅੱਜ ਤੋਂ ਬਾਅਦ ਕਿਸੇ ਹੱਟੀ ਵਾਲੇ ਕੋਲੋਂ ਹੀ ਤੁਸੀਂ ਇੱਕ ਪੈਸਾ ਲੈ ਸਕਦੇ ਹੋ। ਤੇ ਸੰਗਤ ਜੀ ਉਹਨਾਂ ਦੇ ਵੰਸ਼ਜ ਅੱਜ ਵੀ ਹਜੂਰ ਸਾਹਿਬ ਲੰਗਰ ਹਾਲ ਦੇ ਸਾਹਮਣੇ ਸੁਥਰੇ ਸ਼ਾਹ ਦੀ ਹੱਟੀ ਹੈ, ਇਹਨਾਂ ਦਾ ਡੇਰਾ ਹੈ, ਸੁਥਰੇ ਸ਼ਾਹ ਦਾ ਡੇਰਾ। ਹੁਣ ਸੰਗਤ ਜੀ ਇਹਨਾਂ ਨੂੰ ਸੁਥਰੇ ਦੇ ਨਾਲ ਸ਼ਾਹ ਕਿਉਂ ਲਗਾਇਆ ਗਿਆ, ਇਹ ਅਸੀਂ ਅਗਲੀ ਵਾਰੀ ਦੱਸਾਂਗੇ, ਕਿ ਡਿਸਕਸ ਕਰਾਂਗੇ ਕਿ ਸੁਥਰੇ ਦੇ ਨਾਮ ਦੇ ਨਾਲ ਸ਼ਾਹ ਕਿਸ ਤਰ੍ਹਾਂ ਲੱਗਿਆ। ਤੇ ਅੱਜ ਹੁਣ ਅਸੀਂ ਇਹ ਸ਼ਬਦ ਕਰਾਂਗੇ। ਅੱਗੇ ਕਹਿੰਦੇ ਨੇ ਕਿ ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਇਆ, ਸ਼ਬਦ ਨਾ ਕਰੇ ਵਿਚਾਰ। ਇੱਕ ਉਹ ਵੀ ਹੁੰਦੇ ਨੇ ਕਿ ਜੋ ਵਾਹਿਗੁਰੂ ਨੂੰ ਜਿਹੜੇ ਮਨਮੁਖ ਹੁੰਦੇ ਨੇ, ਗੁਰਮੁਖ ਤੇ ਗੁਰੂ ਨੂੰ ਮੁੱਖ ਰੱਖ ਕੇ ਚੱਲਦੇ ਨੇ, ਪਰ ਜਿਹੜੇ ਮਨਮੁਖ ਹੁੰਦੇ ਨੇ ਉਹ ਕਿਹੜੇ ਹੁੰਦੇ ਨੇ? ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਇਆ। ਉਹ ਫਿਰ ਨਾ ਉਹਨਾਂ ਨੂੰ ਤਾਂਗ ਨਹੀਂ ਹੁੰਦੀ ਕਿ ਅਸੀਂ ਵਾਹਿਗੁਰੂ ਦਾ ਨਾਮ ਜਪੀਏ, ਪਰਮਾਤਮਾ ਦੇ ਦਰਸ਼ਨ ਕਰੀਏ, ਗੁਰਦੁਆਰੇ ਦੇ ਦਰਸ਼ਨ ਕਰੀਏ, ਸਤਸੰਗ ਕਰੀਏ, ਨਾਮ ਬਾਣੀ ਪੜ੍ਹੀਏ। ਉਹਨਾਂ ਨੂੰ ਇਹ ਤਾਂਗ ਨਹੀਂ ਹੁੰਦੀ, ਉਹਨਾਂ ਨੂੰ ਕੋਈ ਲਾਲਸਾ ਨਹੀਂ ਹੁੰਦੀ। ਉਹ ਸ਼ਬਦ ਦੇ ਕੋਈ ਵਿਚਾਰ ਵੀ ਨਹੀਂ ਕਰਦੇ। ਸ਼ਬਦ ਨਾ ਕਰੇ ਵਿਚਾਰ, ਵਿਛੜਿਆ ਕਾ ਕਿਆ ਵਿਛੜੇ। ਕਹਿੰਦੇ ਜਿਹੜੇ ਇਹੋ ਜਿਹੇ ਲੋਕੀ ਹੁੰਦੇ ਨੇ ਨਾ, ਉਹ ਵਿਛੜੇ ਹੁੰਦੇ ਨੇ। ਕਿੱਥੋਂ ਵਿਛੜੇ ਹੁੰਦੇ ਨੇ? ਉਹ ਪਰਮਾਤਮਾ ਤੋਂ ਵਿਛੜੇ ਹੁੰਦੇ ਨੇ। ਤੇ ਉਹ ਜਿਹੜੇ ਪਰਮਾਤਮਾ ਤੋਂ ਵਿਛੜੇ ਹੁੰਦੇ ਨੇ ਨਾ, ਉਹਨਾਂ ਦਾ ਕਿਆ ਵਿਛੜਨਾ, ਕਿਉਂਕਿ ਉਹ ਜਿਹੜੇ ਇੱਥੇ ਮਾਇਆ ਦੇ
ਚੱਕਰਾਂ 'ਚ ਫਸ ਕੇ, ਜੋ ਇਹ ਮਾਇਆ ਮੋਹ ਦੇ ਇਹਨਾਂ ਚੀਜ਼ਾਂ 'ਚ ਫਸ ਕੇ ਉਹ ਪਰਮਾਤਮਾ ਨੂੰ ਭੁੱਲੇ ਹੁੰਦੇ ਨੇ। ਤੇ ਉਹਨਾਂ ਨੂੰ ਵਿਛੜੇ ਜਿਨ੍ਹਾਂ ਦੂਜੇ ਪਾਏ ਪਿਆਰ, ਉਹਨਾਂ ਨੂੰ ਕਿਸੇ ਹੋਰ ਦੇ ਨਾਲ ਨਾ ਪਿਆਰ ਨਹੀਂ ਹੁੰਦਾ, ਉਹਨਾਂ ਨੂੰ ਸਿਰਫ ਕਿਹਦੇ ਨਾਲ ਪਿਆਰ ਹੁੰਦਾ ਹੈ? ਇਹ ਜਿਹੜੀਆਂ ਦੁਨਿਆਵੀ ਚੀਜ਼ਾਂ ਦੇ ਨਾਲ। ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ, ਵਾਹਿਗੁਰੂ ਨੂੰ ਮਿਲਣ ਦੀ ਤਾਂਗ, ਵਾਹਿਗੁਰੂ ਦੇ ਨਾਮ ਦੀ ਤਾਂਗ, ਉਹਨਾਂ ਤੋਂ ਵਿਛੜੇ ਹੁੰਦੇ ਨੇ। ਮਨਮੁਖ ਸੇਤੀ ਦੋਸਤੀ ਥੋੜੜਿਆਂ ਦੇ ਚਾਰ। ਅਗਰ ਇਹਨਾਂ ਲੋਕਾਂ ਦੇ ਨਾਲ ਦੋਸਤੀ ਹੋ ਜਾਂਦੀ ਵੀ ਹੈ ਤੇ ਫਿਰ ਕੀ ਹੁੰਦੀ ਹੈ? ਇਹ ਦੋਸਤੀ 2-4 ਦਿਨਾਂ ਦੀ ਹੁੰਦੀ ਹੈ, ਇਹ ਦੂਰ ਤੱਕ ਦੋਸਤੀ ਨਹੀਂ ਜਾਂਦੀ। ਇਸ ਪ੍ਰੀਤੀ ਟੁੱਟਦੀ ਬਿਲਮ ਨਾ ਹੋਵੇ। ਇਹੋ ਜੀ ਦੋਸਤੀ ਨੂੰ ਟੁੱਟਦੇ ਦੇਰ ਨਹੀਂ ਲੱਗਦੀ, ਬਿਲਮ ਨਾ ਹੋਵੇ। ਇੱਕ ਦੋਸਤੀ ਚੱਲਣ ਵਿਕਾਰ। ਔਰ ਇਹੋ ਜੀ ਅਗਰ ਇਹਨਾਂ ਦੇ ਨਾਲ ਦੋਸਤੀ ਵੀ ਹੋ ਜਾਏ ਨਾ, ਤੇ ਫਿਰ ਕੋਈ ਵੀ ਉਹਨਾਂ ਦਾ ਨਤੀਜਾ ਉਹ ਮਤਲਬ ਟਾਈਮ ਪਾਸ ਹੁੰਦਾ ਹੈ। ਉਹਨਾਂ ਦੀ ਦੋਸਤੀ ਕੋਈ ਫਰੂਟਫੁਲ ਨਹੀਂ ਹੁੰਦੀ। ਸਤਸੰਗ ਕਰਦੇ ਆ ਤੇ ਸਾਨੂੰ ਪਰਮਾਤਮਾ ਦੀ ਜਦੋਂ ਅਸੀਂ ਸਿਫਤ ਸਲਾਹ ਕਰਨੀ ਆ, ਸਾਨੂੰ ਇੱਥੇ ਤੇ ਸੁੱਖ ਮਿਲਦਾ ਹੀ ਮਿਲਦਾ, ਸਾਨੂੰ ਦਰਗਾਹ ਦੇ ਵਿੱਚ ਵੀ ਸਾਡੀ ਵਾਹਿਗੁਰੂ ਬਾਹ ਫੜਦੇ ਨੇ। ਪਰ ਜਿਹੜੇ ਮਨਮੁਖਾਂ ਦੇ ਨਾਲ ਜਦੋਂ ਸਾਡੀ ਦੋਸਤੀ ਹੋ ਜਾਂਦੀ ਹੈ ਤੇ ਉਹ ਕੀ ਹੁੰਦਾ? ਉਹ ਸਾਡਾ ਟਾਈਮ ਵੇਸਟ ਹੁੰਦਾ। ਕਿਉਂਕਿ ਬਾਣੀ 'ਚ ਲਿਖਿਆ, ਕਹਿੰਦੇ ਇਹ ਦਿਨ ਬ ਦਿਨ ਸਾਡਾ ਇਹ ਜੋ ਸਵਾਸ ਹੈ, ਸਾਡੀ ਜੋ ਉਮਰ ਹੈ, ਇਹ ਦਿਨ ਬ ਦਿਨ ਸਾਡੇ ਘਟਦੇ ਜਾ ਰਹੇ ਨੇ। ਤੇ ਕੋਈ ਇਹੋ ਜਿਹਾ ਸਵਾਸ ਵੀ ਬਿਰਥਾ ਨਾ ਜਾਏ। ਹੇ ਵਾਹਿਗੁਰੂ, ਜਦੋਂ ਅਸੀਂ ਤੇਰਾ ਨਾਮ ਨਾ ਜਪੀਏ, ਸਾਨੂੰ ਸਵਾਸ ਵਾਹਿਗੁਰੂ ਦਾ ਨਾਮ ਸਿਮਰਨਾ ਚਾਹੀਦਾ। ਤੇ ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ, ਜਿਨ੍ਹਾਂ ਦੇ ਅੰਦਰ ਸੱਚੇ ਦਾ, ਵਾਹਿਗੁਰੂ ਦੇ ਨਾਮ ਦਾ ਭਉ ਨਹੀਂ ਹੈ, ਉਹਨਾਂ ਦਾ ਡਰ ਨਹੀਂ, ਨਾਮ ਨਾ ਕਰੇ ਪਿਆਰ। ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਨਹੀਂ, ਉਹ ਫਿਰ ਕੀ ਕਰਦੇ ਨੇ? ਜਿਨ੍ਹਾਂ ਨੂੰ ਵਾਹਿਗੁਰੂ ਦਾ ਡਰ ਨਹੀਂ ਹੁੰਦਾ, ਪਿਆਰ ਨਹੀਂ ਹੁੰਦਾ, ਉਹ ਸੱਚੇ ਰਸਤੇ ਤੇ ਚੱਲਦੇ ਹੀ ਨਹੀਂ, ਕਿਉਂਕਿ ਵਾਹਿਗੁਰੂ ਦਾ ਨਾਮ ਜਪਦੇ ਨਹੀਂ। ਉਹ ਫਿਰ ਕੀ ਕਰਦੇ ਨੇ? ਜਿਹਨੂੰ ਡਰ ਵੀ ਨਹੀਂ ਹੁੰਦਾ ਨਾ, ਉਹ ਫਿਰ ਸਾਰੇ ਪੁੱਠੇ ਸਿੱਧੇ ਕੰਮ ਕਰਦੇ ਨੇ। ਨਾਨਕ ਤਿਨ ਸਿਓ ਕਿਆ ਕੀਚੇ ਦੋਸਤੀ, ਜੇ ਆਪ ਭੁਲਾਏ ਕਰਤਾਰ ਕੀ। ਹੈ ਵਾਹਿਗੁਰੂ, ਇਹਨਾਂ ਦੇ ਨਾਲ ਦੋਸਤੀ ਤਾਂ ਸਾਡੀ ਭੁੱਲ ਕੇ ਵੀ ਨਾ ਹੋਏ। ਸਾਨੂੰ ਇਹੋ ਜੀ ਦੋਸਤੀ ਬਾਣੀ 'ਚ ਲਿਖਿਆ ਕਿ ਕੋਈ ਅਗਰ ਸਤ ਸੰਗੀ ਮਿਲੇ, ਹੇ ਵਾਹਿਗੁਰੂ ਸਾਨੂੰ ਉਹਨਾਂ ਸੰਗੀਆਂ ਦੇ ਨਾਲ ਹੀ ਮਿਲਾਓ ਜਿਨ੍ਹਾਂ ਦੇ ਨਾਲ ਅਸੀਂ ਤੇਰੀ ਬੈਠ ਕੇ ਸਿਫਤ ਸਲਾਹ ਕਰੀਏ। ਅਗਰ ਕੋਈ ਬੇਮੁਖ ਬੰਦਾ ਮਿਲ ਵੀ ਜਾਏ ਨਾ, ਤੇ ਉਹਦੇ ਨਾਲ ਸਾਡੀ ਦੋਸਤੀ ਨਾ ਹੋਏ, ਉਹਦੇ ਨਾਲੋਂ ਅਸੀਂ ਇਕੱਲੇ ਰਹਿਣਾ ਜ਼ਿਆਦਾ ਚੰਗਾ ਹੈ। ਤੇ ਸੰਗਤ ਜੀ, ਆਨੇ ਜੀ ਸੇਵਾ ਪ੍ਰਵਾਨ ਕਰਨਾ। ਆਓ ਹੁਣ ਅਸੀਂ ਮਿਲ ਕੇ ਸ਼ਬਦ ਪੜ੍ਹਦੇ ਹਾਂ।